मैं तुहाडा 6-7 ਲੱਖ ਦੇ ਵਿੱਚ ਕੈਨੇਡਾ ਦਾ ਸਟੱਡੀ ਵੀਜ਼ਾ ਕਰਵਾ ਸਕਦਾ। ਕੋਈ 5 ਲੱਖ, ਕੋਈ 10 ਲੱਖ, ਕੋਈ 15 ਲੱਖ, ਕੋਈ 20 ਲੱਖ ਦੇ ਵਿੱਚ ਟੂਰਿਸਟ ਵੀਜ਼ਾ ਵੇਚ ਰਿਹਾ ਹੈ। ਮੈਂ 5500 ਚ ਵੀਜ਼ਾ ਦੇ ਦਿੰਦਾ। ਜਿਹੜਾ ਇੱਕ ਦਿਹਾੜੀ ਕਰਦਾ ਹੈ ਜੀ 300-400 ਦਿਹਾੜੀ ਹੈ, ਉਹ ਵੀ ਸਾਡੇ ਕੋਲ ਆ ਕੇ ਕੈਨੇਡਾ ਜਾ ਸਕਦਾ ਹੈ। ਜੇ ਵੀਜ਼ਾ ਨਾ ਲੱਗੇ ਤਾਂ ਉਹ 1 ਲੱਖ ਰੁਪਇਆ ਮੇਰੇ ਕੋਲ ਆ ਕੇ ਲੈ ਜਿਓ, ਤੇ ਮੈਂ ਪੂਰੀ ਗਾਰੰਟੀ ਦੇ ਰਿਹਾ, ਕਿਸੇ ਏਜੰਟ ਕੋਲ ਜਾਣ ਦੀ ਲੋੜ ਨਹੀਂ। ਆਇਲਸ ਤਾਂ ਚਲੋ ਫ੍ਰੀ ਹੈਗੀ ਹੈ, ਤੇ ਉਹਨਾਂ ਦੀ ਰਿਹਾਇਸ਼ ਜਿਹੜੀ ਹੈਗੀ ਆ ਉਹ ਵੀ ਦੇਵਾਂਗੇ ਅਸੀਂ। ਜੇ ਕੋਈ ਪੰਜਾਬ ਦੇ ਵਿੱਚੋਂ ਕੋਈ ਦੂਰੋਂ ਵੀ ਸਾਡੇ ਕੋਲ ਆ ਕੇ ਸਟੱਡੀ ਕਰਨਾ ਚਾਹੁੰਦਾ ਹੈ, ਜਿਹੜਾ ਤੁਹਾਨੂੰ ਪੈਕੇਜ ਕਿਤੋਂ 12 ਲੱਖ ਦਾ ਜਾਂ ਕਿਤੋਂ 15 ਲੱਖ ਦਾ ਮਿਲ ਰਿਹਾ ਹੈ, ਉਹ ਤੁਹਾਨੂੰ ਮਾਰਕੀਟ ਨਾਲੋਂ ਮੈਂ 3 ਲੱਖ ਜਾਂ 5 ਲੱਖ ਸਸਤਾ ਦੇ ਸਕਦਾ। 15 ਲੱਖ ਲੈਣ ਵਾਲੇ ਬੰਦੇ ਨੇ ਪ੍ਰੋਫਾਈਲ ਤਿਆਰ ਕਰਕੇ ਐਮਬੈਸੀ ਤੋਂ ਹੀ ਵੀਜ਼ਾ ਲੈਣਾ ਹੈ, ਤੇ ਅਸੀਂ ਵੀ ਪ੍ਰੋਫਾਈਲ ਤਿਆਰ ਕਰਕੇ ਐਮਬੈਸੀ ਤੋਂ ਹੀ ਵੀਜ਼ਾ ਲੈਣਾ ਹੈ। 15 ਸਾਲ ਮਾਰਕੀਟ 'ਚ ਬੈਠਿਆਂ ਨੂੰ ਹੋ ਗਿਆ ਜੀ। ਜੇ ਮੈਂ 5500 ਵੀਜ਼ੇ ਦੀ ਗੱਲ ਕਰੀ ਹੈ ਤਾਂ 5500 ਛੱਡੋ, ਮੈਂ 4000 ਦੇ ਵਿੱਚ ਵੀ ਵੀਜ਼ੇ ਲਵਾਏ ਨੇ। ਔਰ ਮੇਰੇ ਪੇਜ ਤੇ ਫੇਸਬੁੱਕ ਤੇ ਹਾਈ ਫਲਾਈ ਇਮੀਗ੍ਰੇਸ਼ਨ ਦਾ ਪੇਜ ਹੈ, ਉੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਮੈਂ ਮਨਦੀਪ ਤੇ ਤੁਸੀਂ ਦੇਖ ਰਹੇ ਹੋ ਸਾਡਾ ਬੇहद ਖਾਸ ਪ੍ਰੋਗਰਾਮ ਖਾਸ ਮੁਲਾਕਾਤ। ਉਮੀਦ ਕਰਦੀ ਹਾਂ ਸਾਰੇ ਚੜ੍ਹਦੀ ਕਲਾ 'ਚ ਹੋਣਗੇ। ਸੋ ਅੱਜ ਦਾ ਜਿਹੜਾ ਵਿਸ਼ਾ ਰਹਿਣ ਵਾਲਾ ਹੈ ਉਹ ਬੇहद ਖਾਸ ਹੈ ਤੇ ਖਾਸ ਮਹਿਮਾਨ ਮੇਰੇ ਨਾਲ ਮੌਜੂਦ ਨੇ। ਮੇਰੇ ਨਾਲ ਨੇ ਹਾਈ ਫਲਾਈ ਇਮੀਗ੍ਰੇਸ਼ਨ ਤੋਂ ਮਿਸਟਰ ਲੱਕੀ ਸਰ। ਸੋ ਸਵਾਗਤ ਕਰਦੇ ਹਾਂ ਸਰ ਹੁਣਾਂ ਦਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਧੰਨਵਾਦ ਤੁਹਾਡਾ ਪੂਰੀ ਟੀਮ ਦਾ, ਤੇ ਸਾਡੇ ਕੋਲ ਤੁਸੀਂ ਆਏ ਹੋ ਤੇ ਇਹਦੇ ਵਾਸਤੇ ਬਹੁਤ ਬਹੁਤ ਧੰਨਵਾਦ। ਠੀਕ ਠਾਕ ਹੋ ਸਰ? ਹਾਂਜੀ ਹਾਂ, ਵਧੀਆ ਠੀਕ ਠਾਕ ਜੀ। ਸੋ ਸਾਡੇ ਜਿਹੜੇ ਦਰਸ਼ਕ ਨੇ ਜੀ, ਅਸੀਂ ਨੰਬਰ ਤੁਹਾਡੇ ਨਾਲ ਸਕਰੀਨ ਦੇ ਹੇਠਾਂ ਜਿਹੜੇ ਆ ਡਿਸਪਲੇ ਕਰ ਰਹੇ ਆ, ਮੈਜੀਕਲ ਨੰਬਰ ਨੇ, ਲੱਕੀ ਨੰਬਰ ਨੇ। ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਹੋਊਗਾ ਤੁਸੀਂ ਜ਼ਰੂਰ ਡਿਸਕਸ ਕਰਿਓ। ਸਾਡੀ ਅੱਜ ਜਿਹੜੀ ਚਰਚਾ ਹੈ ਉਹ ਵਿਦੇਸ਼ ਜਾਣ ਦੇ ਉੱਪਰ ਹੈ। ਵਿਦੇਸ਼ ਜਾਣ ਨੂੰ ਲੈ ਕੇ ਹਰ ਕੋਈ ਚਾਹਵਾਨ ਹੈ। ਔਰ ਜੇਕਰ ਮੈਂ ਆਪਣੇ ਨਾਰਥ ਇੰਡੀਆ ਦੀ ਗੱਲ ਕਰਾਂ ਤਾਂ ਇੱਥੋਂ ਦਾ ਇੱਕ ਛੋਟੇ ਬੱਚੇ ਤੋਂ ਲੈ ਕੇ ਵੱਡਾ ਬਜ਼ੁਰਗ ਵੀ, ਉਹ ਵੀ ਵਿਦੇਸ਼ ਜਾਣ ਨੂੰ ਕਾਲਾ ਬੈਠਾ ਵੀ ਅੱਜ ਹੀ ਜਹਾਜ਼ ਦੀ ਬਾਰੀ ਨੂੰ ਹੱਥ ਪਵਾ ਦਿਓ। ਬਿਲਕੁਲ ਜੀ, ਪਰ ਤਰੀਕੇ ਕਿਸੇ ਨੂੰ ਵੀ ਸਹੀ ਨਹੀਂ ਪਤਾ ਲੱਗ ਰਹੇ। ਇਹ ਅੱਜ ਇਮੀਗ੍ਰੇਸ਼ਨ ਇੰਡਸਟਰੀ ਉਹੀ ਇਮੀਗ੍ਰੇਸ਼ਨ ਇੰਡਸਟਰੀ ਜਿਹਨੂੰ ਅੱਜ ਤੋਂ ਕਈ ਸਾਲ ਪਹਿਲਾਂ ਕਬੂਤਰਬਾਜੀ ਦਾ ਨਾਮ ਦਿੱਤਾ ਜਾਂਦਾ ਸੀ। ਹਾਂਜੀ ਹਾਂ, ਕਬੂਤਰਬਾਜੀ ਅੱਜ ਵੀ ਇਸ ਇੰਡਸਟਰੀ ਦੇ ਵਿੱਚ ਹੋ ਰਹੀ ਹੈ। ਬਿਲਕੁਲ, ਅੱਜ ਮਾਡਰਨ ਤਰੀਕੇ ਦੀ ਹੋ ਗਈ ਹੈ। ਹਾਂ, ਲੋਕਾਂ ਨੂੰ ਸਮਝ ਹੀ ਨਹੀਂ ਆ ਪਾ ਰਿਹਾ ਕਿ ਤਰੀਕਾ ਕੀ ਸਹੀ ਹੈ, ਕਿੱਦਾਂ ਅਸੀਂ ਜਾਣਾ ਹੈ। ਜਾਣ ਨੂੰ ਸਾਰੇ ਚਾਹਵਾਨ ਨੇ। ਸੋ ਗੱਲਬਾਤ ਅੱਜ ਅਸੀਂ ਕਰਨੀ ਹੈ ਵਿਦੇਸ਼ ਜਾਣ ਨੂੰ ਲੈ ਕੇ। ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਵਿਜ਼ਟਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਸਟੂਡੈਂਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਕਿਹੜੀਆਂ ਐਸੀਆਂ ਖਾਸ ਗੱਲਾਂ ਨੇ ਜਿਨ੍ਹਾਂ ਨੂੰ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਟੂਰਿਸਟ ਵੀਜ਼ਾ ਤੋਂ ਲੱਕੀ ਸਰ ਆਪਾਂ ਅੱਜ ਸ਼ੁਰੂਆਤ ਕਰ ਲੈਂਦੇ ਹਾਂ। ਜਦੋਂ ਅਕਸਰ ਸੋਸ਼ਲ ਮੀਡੀਆ ਦਾ ਅੱਜ ਕੱਲ੍ਹ ਦਾ ਟਰੈਂਡ ਆ, ਸੋਸ਼ਲ ਮੀਡੀਆ 'ਤੇ ਜਦੋਂ ਮੈਂ ਸਕਰੋਲ ਕਰਦੀ ਹਾਂ, ਕੰਸਲਟੈਂਟ ਦੇ ਫੇਸਬੁੱਕ ਪੇਜ ਦੇਖਦੀ ਹਾਂ, ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰਮੋਸ਼ਨ ਹੋ ਰਹੀ ਹੈ। ਪਹਿਲਾਂ ਤਾਂ ਚਲੋ ਕਰੋਨਾ ਕਰਕੇ ਸਾਰਾ ਕੁਝ ਬੰਦ ਸੀ, ਹੁਣ ਖੁੱਲਿਆ ਤਾਂ ਹੁਣ ਕੋਈ 5 ਲੱਖ, ਕੋਈ 10 ਲੱਖ, ਕੋਈ 15 ਲੱਖ, ਕੋਈ 20 ਲੱਖ ਦੇ ਵਿੱਚ ਟੂਰਿਸਟ ਵੀਜ਼ਾ ਵੇਚ ਰਿਹਾ ਹੈ। ਚਾਹੇ ਉਹ ਕੈਨੇਡਾ ਦਾ ਹੋ ਜਾਏ, ਚਾਹੇ ਯੂਕੇ ਦਾ ਹੋ ਜਾਏ, ਚਾਹੇ ਆਸਟ੍ਰੇਲੀਆ ਦਾ ਹੋ ਜਾਏ। ਤੇ ਦੂਜੇ ਪਾਸੇ ਜਦੋਂ ਮੈਂ ਤੁਹਾਡਾ ਫੇਸਬੁੱਕ ਪੇਜ ਦੇਖਦੀ ਹਾਂ, ਵੀਜ਼ੇ ਲੱਗੇ ਹੋਏ ਵੇਖਦੀ ਹਾਂ, ਤੁਸੀਂ ਮਾਤਰ 5500 ਰੁਪਏ ਦੇ ਵਿੱਚ ਲੋਕਾਂ ਨੂੰ ਵੀਜ਼ੇ ਜਿਹੜੇ ਆ ਲੈ ਕੇ ਦੇ ਰਹੇ ਹੋ। ਡਿਫਰੈਂਸ ਕੀ ਹੈ? ਕਿਉਂ ਇੱਦਾਂ ਹੋ ਰਿਹਾ ਹੈ? ਕਿੱਥੇ 5500 ਤੇ ਕਿੱਥੇ 15 ਲੱਖ? ਲੱਖਾਂ ਦਾ ਫਰਕ ਹੈ ਦੋਨਾਂ ਚੀਜ਼ਾਂ ਦੇ ਵਿੱਚ। ਕਿਉਂ ਇਹ ਚੀਜ਼ਾਂ ਹੋ ਰਹੀਆਂ ਨੇ? ਫਰਕ ਕੀ ਹੈ? ਤੁਹਾਡੇ ਕੋਲ ਐਸੀ ਕਿਹੜੀ ਜਾਦੂ ਦੀ ਛੜੀ ਹੈ ਜਿਹੜੀ 5500 ਚ ਹੀ ਲੋਕਾਂ ਨੂੰ ਜਹਾਜ਼ ਦੀ ਬਾਰੀ ਨੂੰ ਹੱਥ ਪਵਾ ਦਿੰਦੀ ਹੈ? ਐਕਚੁਅਲੀ ਗੱਲ ਇਦਾਂ ਹੈ ਜੀ, ਜਿਵੇਂ ਤੁਸੀਂ ਪਹਿਲਾਂ ਸ਼ੁਰੂਆਤ ਵਿੱਚ ਹੁਣੇ ਗੱਲ ਕਹੀ ਸੀ ਨਾ ਕਿ ਹਰ ਇੱਕ ਪੰਜਾਬ ਦੇ ਵਿੱਚ ਜਿਵੇਂ ਹਰ ਘਰ ਦੇ ਵਿੱਚੋਂ ਚੌਥਾ ਜਾਂ ਦੂਜਾ ਬੰਦਾ ਬਾਹਰ ਜਾਣ ਨੂੰ ਤਿਆਰ ਹੈ। ਜਿਵੇਂ ਕਿ ਗੱਲ ਕਰੀਏ ਤਾਂ ਗਾਹਕੀ ਬੜੀ ਜ਼ਿਆਦੀ ਹੈ। ਹਾਂਜੀ, ਦੁਕਾਨਾਂ ਵੀ ਬੜੀਆਂ ਜ਼ਿਆਦੀਆਂ ਨੇ ਤੇ ਗਾਹਕ ਵੀ ਬੜਾ ਜ਼ਿਆਦਾ ਹੈ। ਜੇ ਆਪਾਂ ਇਸ ਇੰਡਸਟਰੀ ਦੀ ਗੱਲ ਕਰੀਏ, ਇਹ ਕਬੂਤਰਬਾਜੀ ਦੀ ਗੱਲ ਕਰ ਲਈਏ ਜਾਂ ਵਿਦੇਸ਼ ਜਾਣ ਦੇ ਸੰਬੰਧ ਦੀ ਗੱਲ ਕਰ ਲਈਏ, ਲੋਕਾਂ ਦਾ ਕਸੂਰ ਨਹੀਂ ਹੈ ਕੋਈ। ਅਸਲ ਦੇ ਵਿੱਚ ਕੀ ਹੈ ਕਿ ਜਿਵੇਂ ਤੁਸੀਂ ਕਿਹਾ ਕਿ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਮਤਲਬ ਕਿ ਕਿਸ ਤਰੀਕੇ ਨਾਲ ਬਾਹਰ ਜਾਣ, ਹਨਾ। ਉਹਨਾਂ ਨੂੰ ਉਲਝਾਇਆ ਵੀ ਏਜੰਟਾਂ ਨਹੀਂ ਹੋਇਆ, ਕਿਉਂਕਿ ਉਹ ਵਿਚਾਰੇ ਕਨਫਿਊਜ਼ ਹੋ ਜਾਂਦੇ ਨੇ। ਬਿਕੋਜ਼ ਇੰਨੇ ਸਿਆਣੇ ਨਹੀਂ ਹੈਗੇ ਉਹ। ਕਿਉਂ ਨਹੀਂ ਹੈਗੇ? ਕਿਉਂਕਿ ਉਹਨਾਂ ਨੂੰ ਨੌਲੇਜ ਨਹੀਂ ਹੈਗੀ। ਉਹ ਨਾ ਹੀ ਨੌਲੇਜ ਨੂੰ ਗੇਨ ਕਰਨਾ ਚਾਹੁੰਦੇ ਨੇ। ਦੋ ਤਰ੍ਹਾਂ ਦੇ ਲੋਕ ਨੇ ਆਪਣੇ ਕੋਲ। ਆਪਣੇ ਜਿਹੜੇ ਕਲਾਇੰਟਸ ਨੇ ਦੋ ਤਰ੍ਹਾਂ ਦੇ ਨੇ। ਇੱਕ ਹੈਗੇ ਨੇ ਜਿਨ੍ਹਾਂ ਕੋਲ 4 ਪੈਸੇ ਚੰਗੇ ਹੈਗੇ ਨੇ, ਜਾਂ 4 ਪੈਸੇ ਅਰੇਂਜ ਕਰਨ ਦੀ ਹਿੰਮਤ ਹੈਗੀ ਹੈ। ਉਹ ਕਹਿੰਦੇ ਨੇ ਜੀ ਬਸ ਦੱਸੋ ਜੀ ਪੈਸੇ ਕਿੰਨੇ ਚਾਹੀਦੇ ਨੇ, ਕਰਨਾ ਕਰਾਣਾ ਕੱਖ ਨਹੀਂ, ਆਹ ਚੱਕੋ 20 ਲੱਖ ਰੁਪਈਆ, ਸਾਡਾ ਮੁੰਡਾ ਬਾਹਰ ਭੇਜ ਦਿਓ।
ਇੱਕ ਇਹ ਕੈਟਾਗਰੀ ਹੈ। ਹਾਂਜੀ। ਇੱਕ ਕੈਟਾਗਰੀ ਹੈਗੀ ਹੈ ਮੈਂ ਜੀ ਵਿਆਜ ਤੇ ਪੈਸੇ ਚੱਕਣੇ ਨੇ, ਮੈਂ ਗਹਿਣੇ ਰੱਖਣੇ ਨੇ, ਮੈਂ ਫਲਾਣਾ ਕਰਨਾ ਹੈ, ਮੈਂ ਢਮਕਾਣਾ ਕਰਨਾ ਹੈ, ਕੋਈ ਸਸਤਾ ਜਿਹਾ ਸੀਨ ਦੱਸੋ ਜੀ ਮੁੰਡਾ ਬਾਹਰ ਭੇਜਣਾ ਹੈ। ਹਾਂ ਠੀਕ ਹੈ। ਇਹ ਦੋ ਤਰ੍ਹਾਂ ਦੀ ਕੈਟਾਗਰੀ ਹੈ। ਜੇ ਆਪਾਂ ਕਹਿ ਦਈਏ ਇੱਕ ਅਮੀਰ ਕੈਟਾਗਰੀ ਆ ਗਈ, ਇੱਕ ਗਰੀਬ ਕੈਟਾਗਰੀ ਆ ਗਈ, ਬਟ ਦੋਨਾਂ ਦਾ ਵਿਜ਼ਨ ਜਿਹੜਾ ਹੈਗਾ ਬਾਹਰ ਜਾਣਾ। ਹਾਂ। ਉਹਨਾਂ ਨੂੰ ਉਲਝਾਇਆ ਕਿਹਨਾਂ ਨੇ ਹੋਇਆ? ਏਜੰਟਾਂ ਨੇ। ਉਹ ਵਿਚਾਰੇ ਕਿਵੇਂ ਉਲਝ ਜਾਂਦੇ ਨੇ? ਕੋਈ ਕਹਿੰਦਾ ਮੈਂ 10 ਲੱਖ ਚ ਵੀਜ਼ਾ ਲਵਾ ਕੇ ਦੇ ਦਿੰਨਾ, ਕੋਈ ਕਹਿੰਦਾ ਮੈਂ 20 ਲੱਖ ਚ ਦੇ ਦਿੰਨਾ, ਤੇ ਮੇਰੇ ਵਰਗਾ ਉੱਠ ਕੇ ਕਹਿ ਦਿੰਦਾ ਕਿ ਮੈਂ 5500 ਚ ਵੀਜ਼ਾ ਦੇ ਦਿੰਨਾ। ਬਿਲਕੁਲ ਇਹ ਸੱਚਾਈ ਹੈ। ਹੁਣ ਇਹਦੇ ਵਿੱਚ ਟੂਰਿਸਟ ਦੇ ਵਿੱਚ ਮੈਂ ਜ਼ਿਆਦਾ ਟਾਈਮ ਖਰਾਬ ਨਹੀਂ ਕਰਾਂਗਾ। ਆਪਾਂ ਮੁੱਦੇ ਤੇ ਇਹ ਗੱਲ ਮੁੱਦੇ ਵਾਲੀ ਗੱਲ ਕਰਦੇ ਹਾਂ ਕਿ ਜਿਹੜਾ ਟੂਰਿਸਟ ਵੀਜ਼ਾ ਜਿਹੜਾ ਹੈ ਇਹਦੇ ਵਿੱਚ ਕਿਸੇ ਨੂੰ ਵੀ ਕੋਈ 10 ਲੱਖ ਰੁਪਈਆ ਜਾਂ 15 ਲੱਖ 20 ਲੱਖ ਦੇਣ ਦੀ ਲੋੜ ਹੀ ਨਹੀਂ ਹੈਗੀ। ਤੁਹਾਡੇ ਕੋਲ ਅਗਰ ਇਨਕਮ ਸੋਰਸ ਵਧੀਆ ਹੈਗਾ ਤੁਸੀਂ ਈਜ਼ੀਲੀ ਵੀਜ਼ਾ ਅਪਲਾਈ ਕਰ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈ। ਕਿਉਂਕਿ ਐਮਬੈਸੀ ਨੇ ਦੇਖਣਾ ਕੀ ਹੈ ਕਿ ਤੁਸੀਂ ਕੀ ਵਾਕਈ ਘੁੰਮਣ ਜਾ ਰਹੇ ਹੋ, ਕੀ ਤੁਸੀਂ ਵਾਕਈ ਹੀ ਵਾਪਸ ਆਓਗੇ। ਇਹ ਦੋ ਚੀਜ਼ਾਂ ਐਮਬੈਸੀ ਦੇਖਦੀ ਹੈ। ਹੁਣ ਜਿਹਦੇ ਕੋਲ ਤਾਂ ਕੋਈ ਸੈਲਰੀ ਆ ਰਹੀ ਹੈ ਮਹੀਨੇ ਦੀ, ਜਾਂ ਮੰਨ ਲਓ ਹਸਬੰਡ ਵਾਈਫ ਨੇ, ਹਸਬੰਡ ਫ੍ਰੀ ਹੈ ਔਰ ਵਾਈਫ ਦੀ ਮੰਨ ਲਓ 40-50 ਹਜ਼ਾਰ ਸੈਲਰੀ ਆ ਰਹੀ ਹੈ, ਤਾਂ ਇੱਕ ਤਰ੍ਹਾਂ ਦਾ ਇਹ ਸ਼ੋਅ ਹੋ ਜਾਂਦਾ ਹੈ ਵੀ ਘਰ ਦੇ ਵਿੱਚ 40-50 ਹਜ਼ਾਰ ਇਨਕਮ ਹੈਗੀ ਹੈ। ਹੁਣ ਮੰਨ ਲਓ ਵਾਈਫ ਦੀ ਅਗਰ ਸੈਲਰੀ 40 ਹਜ਼ਾਰ ਆ ਰਹੀ ਹੈ ਤੇ ਹਸਬੰਡ ਦਾ ਕੋਈ ਐਗਰੀਕਲਚਰ ਦਾ ਉਹਨਾਂ ਨੇ ਨਾਲ ਸ਼ੋਅ ਕਰਵਾ ਲਿਆ, ਜਾਂ ਹਸਬੰਡ ਦੀ ਇਨਕਮ ਮਾੜੀ ਮੋਟੀ ਸ਼ੋਅ ਕਰਵਾ ਲਈ, ਤਾਂ ਉਹ ਵੀਜ਼ਾ ਅਪਲਾਈ ਕਰ ਸਕਦੇ ਨੇ। ਸਿਰਫ ਐਮਬੈਸੀ ਫੀਸ ਲੱਗਣੀ ਹੈ, ਹੋਰ ਕੋਈ ਪੈਸਾ ਕਿਸੇ ਤਰ੍ਹਾਂ ਦਾ ਨਹੀਂ ਲੱਗਣਾ, ਉਹਨਾਂ ਦਾ ਵੀਜ਼ਾ ਲੱਗ ਜਾਣਾ ਹੈ। ਕਿਸੇ ਏਜੰਟ ਕੋਲ ਵੀ ਜਾਣ ਦੀ ਲੋੜ ਨਹੀਂ ਹੈ। ਸਾਡੇ ਕੋਲ ਉਹ ਏਜੰਟ, ਉਹ ਇੱਕ ਕਲਾਇੰਟ ਆਉਂਦੇ ਨੇ ਜਿਨ੍ਹਾਂ ਦੇ ਕੋਲ ਕੋਈ ਇਨਕਮ ਸੋਰਸ ਨਹੀਂ ਹੈਗਾ, ਜਾਂ ਕਈ ਵਾਰੀ ਉਹ ਵੀ ਆ ਜਾਂਦੇ ਨੇ ਜਿਨ੍ਹਾਂ ਦੇ ਕੋਲ ਇਨਕਮ ਸੋਰਸ ਹੈਗਾ, ਬਟ ਉਹ ਕੈਟਾਗਰੀ ਕੀ ਹੈ ਕਿ ਜਿਨ੍ਹਾਂ ਨੂੰ ਪਤਾ ਹੈ ਕਿ ਹਾਂ ਵਾਕਈ ਪ੍ਰੋਫਾਈਲਿੰਗ ਤੇ ਵੀਜ਼ਾ ਲੱਗਦਾ ਹੈ, ਵੀ ਪ੍ਰੋਫਾਈਲ ਤਿਆਰ ਹੁੰਦੀ ਹੈ, ਪ੍ਰੋਫਾਈਲ ਤਿਆਰ ਹੋ ਕੇ ਵੀਜ਼ਾ ਲੱਗਦਾ ਹੈ, ਵੀ ਕਿਸੇ ਨੂੰ 10 ਲੱਖ ਦੇਣ ਦੀ ਲੋੜ ਨਹੀਂ ਹੈ। ਅਸਲ ਵਿੱਚ ਜਿਹੜਾ ਟੂਰਿਸਟ ਵੀਜ਼ਾ ਜਿਹਨੇ ਵੀ ਅਪਲਾਈ ਕਰਨਾ ਇਹਦੇ ਪਾਰਟਿਕੂਲਰ ਕੋਈ ਇੱਕ ਅਲੱਗ ਤੋਂ ਕੈਟਾਗਰੀ ਹੈ ਕਿ ਸਿਰਫ ਇਸੇ ਕੈਟਾਗਰੀ ਦੇ ਲੋਕ ਹੀ ਟੂਰਿਸਟ ਵੀਜ਼ਾ ਅਪਲਾਈ ਕਰ ਸਕਦੇ ਨੇ, ਜਾਂ ਜਣਾ ਖਣਾ ਮੇਰੇ ਵਰਗਾ ਵੀ ਅਪਲਾਈ ਕਰ ਸਕਦਾ, ਮੇਰੇ ਵਰਗਾ ਵੀ ਵੀਜ਼ਾ ਲੈਣ ਦਾ ਹੱਕਦਾਰ ਹੈਗਾ? ਦੇਖੋ ਟੂਰਿਸਟ ਵੀਜ਼ਾ ਇੱਕ ਤਰ੍ਹਾਂ ਦਾ ਜਿਹਨੂੰ ਆਪਾਂ ਕਹਿ ਦਈਏ ਕਿ ਘੁੰਮਣਾ ਫਿਰਨਾ। ਕਿਸੇ ਵੀ ਕੰਟਰੀ, ਚਾਹੇ ਆਸਟ੍ਰੇਲੀਆ, ਚਾਹੇ ਕੈਨੇਡਾ, USA, ਕਿਤੇ ਵੀ ਕਿਸੇ ਨੇ ਘੁੰਮਣ ਫਿਰਨ ਜਾਣਾ ਹੈ, ਚਲੋ ਘੁੰਮਣ ਫਿਰਨ ਦਾ ਤੇ ਇੱਕ ਨਾਮ ਜਿਹਾ ਹੀ ਹੈ, ਜਾਂਦੇ ਤਾਂ ਲੋਕ ਸੈਟਲ ਹੋਣੀ ਨੇ। ਹਾਂ ਬਿਲਕੁਲ। ਤੇ 10% ਐਸੇ ਹੋਣਗੇ ਜਿਨ੍ਹਾਂ ਨੇ ਵਾਕਈ ਘੁੰਮ ਫਿਰ ਕੇ ਵਾਪਸ ਆਣਾ ਹੈ, ਤਾਂ ਉਹਨਾਂ ਨੂੰ ਸ਼ਾਰਟਕਟ ਵਿੱਚ ਇੱਕੋ ਹੀ ਗੱਲ ਦੱਸ ਰਿਹਾ ਕਿ ਕਿਸੇ ਏਜੰਟ ਨੂੰ 10 ਜਾਂ 15 ਲੱਖ ਰੁਪਇਆ ਦੇ ਕੇ ਜਾਣ ਦੀ ਲੋੜ ਨਹੀਂ ਹੈਗੀ। ਚਾਹੇ ਤੁਹਾਡੇ ਕੋਲ 1 ਰੁਪਈਆ ਮਹੀਨੇ ਦੀ ਇਨਕਮ ਨਹੀਂ ਹੈ, ਸਾਡੇ ਕੋਲ ਕੱਲਾ ਪਾਸਪੋਰਟ, ਆਧਾਰ ਕਾਰਡ, ਪੈਨ ਕਾਰਡ ਲੈ ਕੇ ਆਓ, ਅਸੀਂ ਤੁਹਾਡੀ ਇਨਕਮ ਪੂਰੀ ਤਿਆਰ ਕਰਾਂਗੇ ਜੈਨੂਇਨ ਤਰੀਕੇ ਨਾਲ। ਟਾਈਮ ਲਵਾਂਗੇ ਥੋੜਾ ਜਿਹਾ, ਕਿਉਂਕਿ ਐਮਬੈਸੀ ਦੇਖਦੀ ਹੈ ਕਿ ਇਹਦੇ ਕੋਲ ਮਹੀਨੇ ਦੀ 50-60 ਹਜ਼ਾਰ ਜਾਂ 70 ਹਜ਼ਾਰ ਇਨਕਮ ਹੈ, ਕੀ ਇਹ ਵਾਕਈ ਘੁੰਮਣ ਜਾ ਰਿਹਾ, ਕੀ ਇਹ ਵਾਕਈ ਵਾਪਸ ਆਏਗਾ। ਇਹ ਚੀਜ਼ ਕਲੀਅਰ ਹੁੰਦੀ ਹੈ ਇਨਕਮ ਸੋਰਸ ਤੋਂ ਹੀ, ਸਟੇਟਸ ਤੋਂ, ਤੇ ਉਹ ਚੀਜ਼ ਅਸੀਂ ਤਿਆਰ ਕਰਨੀ ਹੈ। ਹੁਣ ਸਾਡੇ ਕੋਲ ਕੋਈ ਦਿਹਾੜੀ ਕਰਦਾ ਹੋਇਆ ਬੰਦਾ, ਜਿਹਨੂੰ ਜਿਹੜਾ ਇੱਕ ਦਿਹਾੜੀ ਕਰਦਾ ਜਿਹਦੀ 300-400 ਦਿਹਾੜੀ ਹੈ, ਉਹ ਵੀ ਸਾਡੇ ਕੋਲ ਆ ਕੇ ਕੈਨੇਡਾ ਜਾ ਸਕਦਾ ਹੈ। ਕਿਵੇਂ ਜਾ ਸਕਦਾ ਹੈ? 5500 ਰੁਪਇਆ ਮੇਰੀ ਫੀਸ ਹੈ, ਮੰਨ ਲਓ ਅਗਰ ਕੋਈ ਪਾਸਪੋਰਟ, ਆਧਾਰ ਕਾਰਡ, ਪੈਨ ਕਾਰਡ, ਹੋਰ ਉਹਦੇ ਕੋਲ ਕੁਝ ਨਹੀਂ ਹੈ, 5500 ਮੈਂ ਆਪਣੀ ਫੀਸ ਲੈਣੀ ਹੈ ਜੋ ਮੇਰੀ ਜੇਬ 'ਚ ਪੈਣੀ ਹੈ। 8 ਤੋਂ 10,000 ਜਾਂ 12,000 ਰੁਪਇਆ ਉਹਦਾ ਖਰਚਾ ਆਏਗਾ ਹੋਟਲ ਦੀ ਬੁਕਿੰਗ ਦਾ, ਕਿ ਆਪਾਂ ਜੇ ਕਿਤੇ ਘੁੰਮਣ ਜਾ ਰਹੇ ਹਾਂ, ਹੁਣ ਮੰਨ ਲਓ ਕਿਸੇ ਨੇ ਮਨਾਲੀ ਜਾਂ ਸ਼ਿਮਲੇ ਜਾਣਾ ਹੋਵੇ, ਆਪਾਂ ਨੂੰ ਉੱਥੇ ਹੋਟਲ ਦਾ ਬੁੱਕ ਕਰਨਾ ਹੀ ਪਏਗਾ। ਬਿਲਕੁਲ, ਅਸੀਂ ਜਾ ਕੇ ਉੱਥੇ ਰਹਿائش ਕਰਨੀ ਹੈ। ਸੋ ਅਗਰ ਆਪਾਂ ਕੈਨੇਡਾ ਜਾ ਰਹੇ ਹਾਂ, ਆਸਟ੍ਰੇਲੀਆ ਜਾ ਰਹੇ ਹਾਂ, USA ਜਾ ਰਹੇ ਹਾਂ, ਉੱਥੇ ਦੀ ਹੋਟਲ ਦੀ ਬੁਕਿੰਗ ਐਜ਼ ਏ ਫਾਰਮੈਲਿਟੀ ਤੌਰ ਤੇ ਕਰਨੀ ਪੈਂਦੀ ਹੈ ਐਮਬੈਸੀ ਨੂੰ ਦਿਖਾਉਣ ਵਾਸਤੇ ਕਿ ਤੁਸੀਂ ਜਾ ਕੇ ਰਹਿਣਾ ਕਿੱਥੇ ਹੈ, ਹਨਾ। 10,000 ਰੁਪਇਆ ਉਹ ਖਰਚਾ ਹੋ ਗਿਆ। ਉਸ ਤੋਂ ਬਾਅਦ ਜਿਹੜਾ ਇਨਕਮ ਮੈਂ ਤੁਹਾਡੀ ਸ਼ੋਅ ਕਰਨੀ ਹੈ ਕਿ ਤੁਸੀਂ ਇੰਡੀਆ ਦੇ ਵਿੱਚ, ਪੰਜਾਬ 'ਚ ਬੈਠੇ ਇੰਨੇ ਪੈਸੇ ਮਹੀਨੇ ਦੇ ਕਮਾਉਂਦੇ ਹੋ, 5-7,000 ਰੁਪਇਆ ਜਾਂ 10,000 ਰੁਪਇਆ ਉਹਦਾ ਹੋ ਗਿਆ। ਸੇ ਇਹ ਓਵਰਆਲ ਮੈਂ ਕੀ ਹੁਣ ਸੈਟਅਪ ਰੱਖਿਆ ਹੋਇਆ ਹੈ ਕਿ ਮੈਂ 25,000 ਰੁਪਇਆ ਪੂਰਾ ਐਡਵਾਂਸ ਲੈਣਾ ਹੈ, ਜਿਹਦੇ ਵਿੱਚੋਂ 5500 ਮੇਰਾ ਹੋ ਗਿਆ ਜੋ ਮੇਰੀ ਜੇਬ 'ਚ ਪੈਣਾ ਹੈ, ਬਾਕੀ 15 ਤੋਂ 20,000 ਰੁਪਇਆ ਉਹ ਖਰਚਾ ਜਿਹੜਾ ਹੋਣਾ ਹੈ ਫਾਈਲ ਦੇ ਉੱਪਰ, ਉਹ ਮੈਂ ਕਲਾਇੰਟ ਤੋਂ ਲੈ ਲਿਆ। ਕਿਉਂਕਿ ਡਾਲਰਸ ਦੇ, ਬਾਕੀ ਕਰੰਸੀ ਦੇ ਰੇਟ ਆਪਸ ਵਿੱਚ ਫਲਕਚੁਏਟ ਹੁੰਦੇ ਨੇ। ਐਮਬੈਸੀ ਫੀਸ ਉਹਨਾਂ ਨੇ ਆਪਣੀ ਆਪ ਭਰਨੀ ਹੈ। ਹੁਣ ਜੇ ਦੇਖੀਏ ਆਪਾਂ 25-30,000 ਦੇ ਵਿੱਚ ਵੀਜ਼ਾ ਲੱਗ ਗਿਆ। ਹਾਂ, ਜਿਹੜਾ ਕੰਮ ਤੁਹਾਡਾ 15 ਲੱਖ 'ਚ ਹੋਣਾ ਅਸਲ ਵਿੱਚ ਉਹਦੇ ਪਿੱਛੇ ਖਰਚਾ 25,000 ਦਾ ਹੀ ਹੈ। ਜਿਹੜੇ ਏਜੰਟ 15 ਲੱਖ ਲੈ ਕੇ, ਇੱਕ ਮੈਂ ਹੋਰ ਮੇਰੇ ਜਿੰਨੇ ਵੀ ਸਰੋਤੇ ਨੇ ਉਹਨਾਂ ਨੂੰ ਦੱਸ ਦਵਾਂ ਕਿ ਮੇਰੇ ਕੋਲ ਕਈ ਵਾਰੀ ਕਲਾਇੰਟ ਆ ਕੇ ਕਹਿੰਦੇ ਨੇ
ਕਿ ਤੁਸੀਂ 5500 ਚ ਵੀਜ਼ਾ ਕਿਵੇਂ ਕਰਵਾ ਰਹੇ ਹੋ। ਲੋਕ ਤਾਂ 10-10 ਲੱਖ ਰੁਪਇਆ ਲੈਂਦੇ ਨੇ। ਹਾਂਜੀ, ਬਿਲਕੁਲ। ਕਈਆਂ ਦੀ ਪੰਜਾਬ ਦੇ ਵਿੱਚ ਮੈਂਟੈਲਿਟੀ ਐਸੀ ਹੈ ਕਿ ਉਹਨਾਂ ਨੂੰ ਯਕੀਨ ਹੀ ਉਸ ਤੇ ਹੁੰਦਾ ਜਿਹੜਾ 10 ਲੱਖ ਰੁਪਇਆ ਮੰਗੇ। ਬਿਲਕੁਲ। ਜੇ ਕੋਈ ਕਵੇ ਨਾ ਕਿ ਮੈਂ 15 ਲੱਖ ਲਵਾਂਗਾ, ਉਹਨੂੰ ਉਹੀ ਏਜੰਟ ਬਹੁਤ ਵੱਡੇ ਲੈਵਲ ਦਾ ਲੱਗੇਗਾ ਵੀ ਯਾਰ ਇਹ ਮੇਰਾ ਵਾਕਈ ਕੰਮ ਕਰਵਾ ਦੇਗਾ। ਰਕਮ ਜੋ ਮੋਟੀ ਮੰਗ ਲਈ ਹੁੰਦੀ ਹੈ ਅਗਲੇ ਨੂੰ ਨਹੀਂ। ਪੰਜਾਬ ਦੇ ਵਿੱਚ ਮੈਂਟੈਲਿਟੀ ਵੀ ਹੈ ਨਾ ਕਈਆਂ ਦੀ ਕਿ ਹਾਂ ਅਗਰ 15 ਲੱਖ ਮੰਗ ਰਿਹਾ ਤਾਂ ਵਾਕਈ ਜ਼ਿੰਮੇਵਾਰੀ ਵਾਲਾ ਕੰਮ ਹੈ ਔਰ ਵਾਕਈ ਮੇਰਾ ਵੀਜ਼ਾ ਲੱਗ ਜਾਣਾ ਹੈ। ਹਾਲਾਂਕਿ ਕਰਨੀ ਉਹਨੇ ਵੀ ਇਦਾਂ ਹੀ ਫਾਈਲ ਰੈਡੀ ਹੈ ਜੋ ਮੈਂ 25000 ਚ ਕਰ ਰਿਹਾ, ਉਹਨੇ ਵੀ ਇਦਾਂ ਹੀ ਫਾਈਲ ਰੈਡੀ ਕਰਨੀ ਹੈ, ਉਹਨੇ ਵੀ ਇਦਾਂ ਹੀ ਫਾਈਲ ਐਮਬੈਸੀ ਚ ਲਾਉਣੀ ਹੈ। ਆਫਟਰ ਆਲ ਵੀਜ਼ਾ ਤੇ ਐਮਬੈਸੀ ਨੇ ਹੀ ਦੇਣਾ ਹੈ। ਹਾਂ, ਐਮਬੈਸੀ ਦੇ ਵਿੱਚ ਕਿਸੇ ਦੀ ਕੋਈ ਸੈਟਿੰਗ ਨਹੀਂ ਹੁੰਦੀ। ਦੇਣਾ ਵੀਜ਼ਾ ਐਮਬੈਸੀ ਨਹੀਂ ਹੈ, ਪਰ ਲੋਕਾਂ ਨੂੰ ਪਾਗਲ ਬਣਾ ਕੇ ਕੋਈ 15 ਲੱਖ ਲੈ ਰਿਹਾ, ਕੋਈ 20 ਲੱਖ ਲੈ ਰਿਹਾ। ਗੱਲ ਉੱਥੇ ਹੀ ਆ ਗਈ ਕਿ ਮੈਂ ਇਹਨਾਂ ਨੂੰ ਸਾਰਿਆਂ ਨੂੰ ਇਹ ਦੱਸਣਾ ਚਾਹਣਾ ਵੀ ਇਦਾਂ ਦੇ ਚੱਕਰਾਂ 'ਚ ਨਾ ਪਿਆ ਕਰੋ ਕਿ 15 ਲੱਖ ਵਾਲਾ ਤੁਹਾਨੂੰ ਸੱਚਾ ਲੱਗਣ ਲੱਗ ਜਾਂਦਾ ਹੈ ਤੇ 5000 ਵਾਲਾ ਤੁਹਾਨੂੰ ਫੇਕ ਲੱਗਣ ਲੱਗ ਜਾਂਦਾ। ਅੱਛਾ, ਇੱਕ ਫਲੋਰ ਆ ਜਾਂ ਇੱਕ ਗਲੀ ਆ, ਉਹਦੇ 'ਚ ਜੇ 15 ਕੰਸਲਟੈਂਟ ਆ ਨਾ, 15 ਨੇ ਵੱਖੋ ਵੱਖਰੀਆਂ ਗੱਲਾਂ ਕਰਨੀਆਂ ਨੇ। ਇੱਕ ਛੋਟੀ ਜੀ ਉਦਾਹਰਨ ਇਹਦੀ ਸਮਝਾਉਣ ਵਾਸਤੇ ਦੇ ਰਹੇ ਹਾਂ ਕਿ ਮੰਨ ਲਓ ਕਿਸੇ ਜੱਜ ਨੇ ਜਾਂ ਕਿਸੇ ਵਕੀਲ ਨੇ ਜਾਂ ਕਿਸੇ ਪ੍ਰਿੰਸੀਪਲ ਨੇ ਜਿਹਦੀ ਮੰਥਲੀ ਇਨਕਮ ਇਨ ਖਾਤੇ ਦੇ ਵਿੱਚ ਹੈਗੀ ਹੈ, ਇਨ ਅਕਾਊਂਟ ਇਨਕਮ ਹੈ, ਜਾਂ ਕੋਈ ਗਵਰਨਮੈਂਟ EMPLOYE ਹੈ, ਕੋਈ ਪੁਲਿਸ ਇੰਸਪੈਕਟਰ ਹੈ, ਕਿਸੇ ਵੀ ਤਰ੍ਹਾਂ ਦਾ ਗਵਰਨਮੈਂਟ EMPLOYE ਲਾ ਲਓ ਜਾਂ ਪ੍ਰਾਈਵੇਟ ਜੋਬ ਵਾਲਾ ਲਾ ਲਓ, ਵੀ ਜਿਹਦੀ ਇਨਕਮ ਇਨ ਅਕਾਊਂਟ 1 ਲੱਖ ਜਾਂ ਹੈਗੀ ਹੈ ਜਾਂ 2 ਲੱਖ ਹੈਗੀ ਹੈ, ਔਰ ਉਹਨੇ ਵਾਕਈ ਘੁੰਮਣ ਜਾਣਾ ਹੈ, ਤੇ ਕੀ ਉਹਨੂੰ ਕਿਸੇ ਏਜੰਟ ਕੋਲ ਜਾਣ ਦੀ ਲੋੜ ਪੈਂਦੀ ਹੈ? ਬਿਲਕੁਲ। ਕੋਈ ਵੀ ਏਜੰਟ ਦੇ ਕੋਲ ਐਸੀ ਪ੍ਰੋਫਾਈਲ ਕਦੀ ਵੀ ਨਹੀਂ ਗਈ। ਮੇਰੇ ਕੋਲ ਕਦੀ ਕੋਈ ਤਹਿਸੀਲਦਾਰ ਨਹੀਂ ਆਇਆ ਕਿ ਹਾਂਜੀ ਆ ਲਓ ਮੇਰੀ ਫਾਈਲ ਤਿਆਰ ਕਰ ਦਿਓ ਤੇ ਵੀਜ਼ਾ ਕਰਾ ਦਿਓ, ਕਿਉਂਕਿ ਉਹਨਾਂ ਨੂੰ ਲੋੜ ਹੀ ਨਹੀਂ ਹੈ ਕਿਸੇ ਕੋਲ ਜਾਣ ਦੀ। ਇਸੇ ਤਰ੍ਹਾਂ ਟੂਰਿਸਟ ਵੀਜ਼ੇ ਵਾਸਤੇ ਤੁਹਾਨੂੰ ਕਿਸੇ ਕੋਲ ਜਾਣ ਦੀ ਲੋੜ ਨਹੀਂ ਹੈ ਜੇ ਤੁਹਾਡੇ ਕੋਲ ਪ੍ਰੋਫਾਈਲ ਹੈਗੀ ਹੈ। ਜੇ ਤੁਹਾਡੀ ਕੋਈ ਸੈਲਰੀ ਆ ਰਹੀ ਹੈ ਵਧੀਆ, ਤੁਹਾਨੂੰ ਘਰੇ ਬੈਠੇ ਅਗਰ 40-50 ਹਜ਼ਾਰ ਰੁਪਇਆ ਇਨਕਮ ਹੈ ਤਾਂ ਮੇਰੇ ਕੋਲ ਵੀ ਆਉਣ ਦੀ ਲੋੜ ਨਹੀਂ। ਇੰਨਾ ਕਿਤੇ ਤੁਸੀਂ YouTube ਤੇ ਵੀਡੀਓ ਦੇਖ ਕੇ ਫਾਰਮ ਭਰ ਕੇ ਆਪਣਾ ਵੀਜ਼ਾ ਅਪਲਾਈ ਖੁਦ ਵੀ ਕਰ ਸਕਦੇ ਹੋ। ਜਿਹੜੇ ਵੀ ਕਿਸੇ ਬੰਦੇ ਨੇ ਟੂਰਿਸਟ ਵੀਜ਼ਾ, ਕਿਸੇ ਵੀ ਕੈਂਡੀਡੇਟ ਨੇ ਅਪਲਾਈ ਕਰਨਾ ਹੈ, ਉਹਨੂੰ ਆਮ ਤੌਰ ਤੇ ਕੰਸਲਟੈਂਟ ਕਹਿੰਦੇ ਵੀ ਤੁਹਾਡੀ ਟਰੈਵਲ ਹਿਸਟਰੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਤੁਸੀਂ ਸਿੰਗਾਪੁਰ ਜਾਓ, ਤੁਸੀਂ ਮਲੇਸ਼ੀਆ ਜਾਓ, ਤੁਸੀਂ ਥਾਈਲੈਂਡ ਜਾਓ, ਤੁਸੀਂ ਦੁਬਈ ਜਾਓ, ਤੁਸੀਂ ਇਦਾਂ ਦੇ ਛੋਟੇ ਮੁਲਕਾਂ ਦੇ ਵਿੱਚ ਜਾਓ ਜਿਹਦਾ ਕਰਕੇ ਤੁਹਾਨੂੰ ਬੈਨੀਫਿਟ ਮਿਲੇਗਾ। ਇਹਨਾਂ ਛੋਟੇ ਮੁਲਕਾਂ 'ਚ ਜਾਣਾ ਕਿ ਪ੍ਰੋਫਾਈਲ ਨੂੰ ਸੂਟੇਬਲ ਆਪਸ਼ਨ ਰਹਿੰਦਾ ਹੈ ਜਾਂ ਉਹ ਬੈਠੇ ਹੀ ਛੋਟੇ ਮੁਲਕ ਵੇਚਣ ਲਈ ਹੈ? ਐਕਚੁਅਲੀ ਗੱਲ ਪਤਾ ਕੀ ਹੈ ਜੀ, ਕਈ ਵਾਰੀ ਕੀ ਹੁੰਦਾ ਹੈ, ਔਰ ਜਿਵੇਂ ਟਰੈਵਲ ਹਿਸਟਰੀ ਵਾਲਾ ਜਿਹੜਾ ਮਸਲਾ ਹੈ ਇਹ ਸਿਰਫ ਕੈਨੇਡਾ ਦਾ ਥੋੜਾ ਜਿਹਾ ਆ ਜਾਂਦਾ ਹੈ। ਕੈਨੇਡਾ ਐਮਬੈਸੀ ਦਾ ਕੀ ਹੈ ਕਿ 100 ਦੇ ਵਿੱਚੋਂ ਕੋਈ ਇੱਕ ਅੱਧੇ ਕੇਸ ਤੇ ਆਬਜੈਕਸ਼ਨ ਐਸਾ ਲਾ ਕੇ ਉਹ ਵੀਜ਼ਾ ਰਿਫਿਊਜ਼ ਕਰ ਦਿੰਦੇ ਨੇ ਕਿ ਪਹਿਲਾਂ ਟਰੈਵਲ ਹਿਸਟਰੀ ਲਿਆਓ ਜੀ। ਤੇ ਇਸ ਮੁੱਦੇ ਨੂੰ ਫੜ ਕੇ ਏਜੰਟ ਫਾਇਦਾ ਕੀ ਚੱਕਦੇ ਨੇ? ਮੰਨ ਲਓ ਕੋਈ ਟੂਰਿਸਟ ਵੀਜ਼ਾ ਲਵਾਉਣ ਚਲਾ ਗਿਆ ਉਹਨਾਂ ਕੋਲ, ਉਹਨੂੰ ਉਹ ਕਹਿਣਗੇ ਕਲਾਇੰਟ ਨੂੰ ਕਿ ਪਹਿਲਾਂ ਟਰੈਵਲ ਹਿਸਟਰੀ ਬਣਾਓ, ਫਿਰ ਉਹ ਜਾਣ ਕੇ ਛੋਟੀ ਮੋਟੀ ਕੰਟਰੀਆਂ ਭੇਜਣਗੇ, ਪਹਿਲਾਂ ਉੱਥੋਂ 4 ਪੈਸੇ ਕਮਾਉਣਗੇ। ਇੱਕ ਪੈਸੇ ਕਮਾਉਣ ਦਾ ਜਰੀਆ ਬਣ ਗਿਆ ਨਾ। ਮੁੱਦੇ ਦੀ ਗੱਲ ਵੀ ਆਪਦੀ ਜੇਬ ਭਰਨੀ ਆ ਉਹਨਾਂ ਨੇ, ਜੇਬ ਭਰਨੀ ਹੈ ਵੀ ਕੋਈ ਨਾ ਕੋਈ ਕਾਰਨ ਆਪਾਂ ਆਪ ਹੀ ਇੱਕ ਤਰ੍ਹਾਂ ਦਾ ਦੇ ਦਿੰਨੇ ਆ। ਹੁਣ ਟਰੈਵਲ ਹਿਸਟਰੀ ਵਾਸਤੇ ਇੰਨੀ ਕੋਈ ਟਰੈਵਲ ਹਿਸਟਰੀ ਦੀ ਲੋੜ ਨਹੀਂ ਹੈ। ਅਪਲਾਈ ਕਰਨਾ ਤਾਂ ਟਰੈਵਲ ਹਿਸਟਰੀ ਲਾ ਕੇ ਜਾਂ ਤਿਆਰ ਕਰਕੇ ਕਰਨਾ ਚਾਹੀਦਾ ਹੈ ਅਗਰ ਕੈਨੇਡਾ ਦਾ ਕਰਨਾ ਹੈ। ਬਟ ਅਗਰ ਤੁਹਾਡੇ ਕੋਲ ਟਰੈਵਲ ਹਿਸਟਰੀ ਨਹੀਂ ਹੈਗੀ ਤਾਂ ਜ਼ਰੂਰੀ ਨਹੀਂ ਹੈਗਾ ਕਿ ਪਹਿਲਾਂ ਤੁਸੀਂ ਕੈਨੇਡਾ ਜਾਣ ਵਾਸਤੇ 1.5 ਲੱਖ ਰੁਪਈਆ ਆਪਾਂ ਛੋਟੀ ਕੰਟਰੀਆਂ ਵਿੱਚ ਜਾ ਕੇ ਇੱਕ ਤਰ੍ਹਾਂ ਦੇ ਪੈਸੇ ਖਰਾਬ ਕਰੀਏ ਤੇ ਫਿਰ ਆਪਾਂ ਕੈਨੇਡਾ ਦਾ ਵੀਜ਼ਾ ਅਪਲਾਈ ਕਰੀਏ। ਇਦਾਂ ਮੇਰੇ ਕੋਲ ਐਸੀਆਂ ਪ੍ਰੋਫਾਈਲਾਂ ਨੇ, ਅਣਗਿਣਤ ਪ੍ਰੋਫਾਈਲਾਂ ਨੇ, ਅਣਗਿਣਤ ਵੀਜ਼ੇ ਨੇ ਜਿਨ੍ਹਾਂ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈਗੀ ਸੀ ਔਰ ਉਹਨਾਂ ਨੂੰ ਕੈਨੇਡਾ ਨੇ ਵੀਜ਼ਾ ਦਿੱਤਾ ਹੈ, ਯੂਕੇ ਨੇ ਵੀਜ਼ਾ ਦਿੱਤਾ ਹੈ, ਆਸਟ੍ਰੇਲੀਆ ਨੇ ਵੀਜ਼ਾ ਦਿੱਤਾ ਹੈ। ਠੀਕ ਹੈ। ਅੱਛਾ, ਇੱਕ ਏਜ ਨਾਲ ਵੀ ਬਹੁਤ ਜੋੜਦੇ ਨੇ ਟੂਰਿਸਟ ਵੀਜ਼ਾ ਨੂੰ ਕਿ ਜੇਕਰ ਤੁਹਾਡੀ ਉਮਰ 18 ਸਾਲ ਤੋਂ ਘੱਟ ਹੈਗੀ ਹੈ ਤਾਂ ਤੁਸੀਂ ਆਪਣੇ ਮਾਪਿਆਂ ਦੇ ਨਾਲ ਐਪਲੀਕੇਸ਼ਨ ਅਪਲਾਈ ਕਰੋ, ਜਾਂ ਫਿਰ ਜੇ ਤੁਸੀਂ ਸਿੰਗਲ ਐਪਲੀਕੈਂਟ ਹੈਗੇ ਹੋ, ਸਟੱਡੀ ਵੀਜ਼ਾ ਤੋਂ ਰਿਫਿਊਜ਼ ਹੋ ਗਏ ਹੋ, PR ਦੇ ਤੁਸੀਂ ਕੈਪੇਬਲ ਨਹੀਂ ਹੈਗੇ, ਵਰਕ ਪਰਮਿਟ LMIA ਨਹੀਂ ਅਰੇਂਜ ਹੋ ਰਿਹਾ, ਤਾਂ ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕਰ ਲਓ। ਪਰ ਤੁਹਾਡੀ ਜਿਹੜੀ ਉਮਰ ਆ ਉਹ ਘੱਟੋ ਘੱਟ 27-28 ਸਾਲ ਹੋਣੀ ਚਾਹੀਦੀ ਹੈ। ਤਾਂ ਕੀ ਟੂਰਿਸਟ ਵੀਜ਼ਾ ਏਜ ਦੇਖ ਕੇ ਹੀ ਮਿਲਦਾ ਹੈ? ਮਾਪਿਆਂ ਦੇ ਨਾਲ ਟੂਰਿਸਟ ਵੀਜ਼ਾ ਮਿਲ ਜਾਂਦਾ ਹੈ ਕਿ ਇਹਦਾ ਅਸਲ ਮਾਜਰਾ ਕੀ ਹੈ? ਅਸਲ ਦੇ ਵਿੱਚ ਕੀ ਹੈ ਜੀ, ਕਿਸੇ ਵੀ ਕੰਟਰੀ ਅਗਰ ਘੁੰਮਣ ਫਿਰਨ ਜਾਣਾ ਹੈ ਤਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਏਜ ਦਾ ਕੋਈ ਮੈਟਰ ਨਹੀਂ ਹੁੰਦਾ। ਕੋਈ ਚਾਹੇ ਹੁਣ ਆਪਾਂ ਦੇਖਦੇ ਹੀ ਆ, ਫੈਮਿਲੀਜ਼ ਵਗੈਰਾ ਜਾਂਦੀਆਂ ਨੇ ਘੁੰਮਣ ਫਿਰਨ ਵਾਸਤੇ, ਨਾਲ ਬੱਚਾ ਵੀ ਹੁੰਦਾ ਹੈ, ਬਿਲਕੁਲ ਹਸਬੈਂਡ ਵਾਈਫ ਹੁੰਦੇ ਨੇ, ਪੇਰੈਂਟਸ ਹੁੰਦੇ ਨੇ, ਨਾਲ ਬੱਚਾ ਵੀ ਹੁੰਦਾ ਹੈ। ਟੂਰਿਸਟ ਵੀਜ਼ੇ ਦੀਆਂ ਇਸ ਗੱਲਾਂ ਦੇ ਵਿੱਚ ਤਾਂ ਕਿਸੇ ਦੇ ਵਿੱਚ ਆਉਣ ਦੀ ਲੋੜ ਹੀ ਨਹੀਂ ਹੈ ਕਿ ਕਿਸੇ ਵੀ ਵੈਬਸਾਈਟ ਤੇ ਕਿਤੇ ਲਿਖਿਆ ਦਿਖਾ ਦੇਣ ਕਿ ਕਿਸੇ VFS ਨੇ ਜਾਂ ਕਿਸੇ ਐਮਬੈਸੀ ਨੇ ਲਿਖਿਆ ਹੋਵੇ ਕਿ 18 ਸਾਲ ਤੋਂ ਥੱਲੇ ਵਾਲਾ ਸਾਡੇ ਕੋਲ ਵੀਜ਼ਾ ਅਪਲਾਈ ਨਾ ਕਰੇ ਟੂਰਿਸਟ। ਐਜ਼ ਏ ਟੂਰਿਸਟ ਤੁਸੀਂ ਏਜ ਤੁਹਾਡੀ ਘੱਟ ਹੈ, ਵੱਧ ਹੈ, ਕੋਈ ਮੈਟਰ ਨਹੀਂ ਕਰਦਾ ਹੁੰਦਾ। ਅੱਛਾ, ਇੱਕ ਮਿਥ, ਇਹ ਸਿਰਫ ਮਿਥ ਬਣੇ ਹੋਏ ਨੇ, ਇਹ ਧਾਰਨਾ ਬਣੀ ਹੋਈ ਹੈ ਬਸ। ਜਿਵੇਂ ਹੁਣ ਏਜੰਟਾਂ ਦੀਆਂ ਕੁਝ ਗੱਲਾਂ ਬਣਾਈਆਂ ਹੋਈਆਂ ਨੇ, ਜਿਵੇਂ ਹੁਣ ਇੱਕ ਚੀਜ਼ ਇਹ ਵੀ ਨਾਲ ਜੁੜੀ ਹੋਈ ਹੈ ਕਿ
ਬੱਚੇ ਅਗਰ ਇੰਡੀਆ ਦੇ ਵਿੱਚ ਰਹਿ ਜਾਣ, ਹਸਬੰਡ ਵਾਈਫ ਅਪਲਾਈ ਕਰਨ, ਤਾਂ ਅੰਬੈਸੀ ਨੂੰ ਐਵੇਂ ਲੱਗਦਾ ਹੈ ਕਿ ਇਹਨਾਂ ਦੇ ਬੱਚੇ ਇੱਥੇ ਨੇ ਔਰ ਇਹ ਵਾਕਈ ਵਾਪਸ ਆਉਣਗੇ। ਅੰਬੈਸੀ ਨੂੰ ਕਿਉਂ ਲੱਗੇਗਾ ਐਵੇਂ? ਉਹਨਾਂ ਨੂੰ ਇੰਨੀ ਟੈਨਸ਼ਨ ਅੰਬੈਸੀ ਨੂੰ ਹੋਏਗੀ ਤੁਹਾਡੀ ਵੀ ਹਾਂ ਤੁਹਾਡੇ ਬੱਚੇ ਇੱਥੇ ਨੇ, ਅੰਬੈਸੀ ਵਾਲੇ ਇੰਨੇ ਵਿਹਲੇ ਨੇ, ਹਾਂ ਵੀ ਉਹ ਬੱਚਿਆਂ ਨੂੰ ਵੀ ਬੱਚਿਆਂ ਕਰਕੇ ਵੀ ਇਹ ਬੱਚਿਆਂ ਨੂੰ ਇਕੱਲੇ ਛੱਡ ਨਹੀਂ ਸਕਦੇ, ਇਸ ਕਰਕੇ ਇਹ ਵਾਕਈ ਆ ਕੇ ਆਪਣੇ ਬੱਚਿਆਂ ਨੂੰ ਸੰਭਾਲਣਗੇ। ਉਹਨਾਂ ਨੂੰ ਸਾਰਾ ਪਤਾ ਹੈ ਅੰਬੈਸੀ ਵਾਲਿਆਂ ਨੂੰ, ਉਹ ਸਿਰਫ ਡਾਕੂਮੈਂਟਸ ਦੇਖਦੇ ਨੇ, ਤੁਹਾਡਾ ਸਟੇਟਸ ਦੇਖਦੇ ਨੇ ਵੀ ਇਹਨਾਂ ਮਿੱਥ ਜਿਹੜੀਆਂ ਇਹ ਬਣੇ ਹੋਏ ਨੇ, ਇਹਨਾਂ ਗੱਲਾਂ ਤੇ ਜਾਣ ਦੀ ਕੋਈ ਫਾਇਦਾ ਨਹੀਂ ਹੈਗਾ, ਕੋਈ ਲੋੜ ਨਹੀਂ ਹੈਗੀ, ਕਿਉਂਕਿ ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਨੇ ਹਨਾ ਵੀ ਬੱਚੇ ਇੱਥੇ ਰਹਿ ਜਾਣਗੇ ਤਾਂ ਸ਼ਾਇਦ ਵੀਜ਼ਾ ਮਿਲ ਜਾਂਦਾ ਹੈ, ਜਾਂ ਮੈਂ ਆਪਣੀ ਵਾਈਫ ਨੂੰ ਇੱਥੇ ਛੱਡ ਜਾਵਾਂ, ਮੈਂ ਇਕੱਲਾ ਜਾਵਾਂਗਾ, ਅੰਬੈਸੀ ਨੂੰ ਲੱਗੇਗਾ ਮੇਰਾ ਪਰਿਵਾਰ ਬੈਠਾ ਹੈ, ਇਹ ਕਿਹੜਾ ਉੱਥੋਂ ਵੀ ਉੱਥੇ ਜਾ ਕੇ ਸੈਟਲ ਹੋਏਗਾ, ਵਾਪਸ ਆਣਾ ਹੀ ਆਣਾ ਹੈ। ਜੋ ਮਰਜ਼ੀ ਕਰ ਲੈਣ, ਜਿਵੇਂ ਦੀ ਮਰਜ਼ੀ ਸੋਚ ਬਣਾ ਲਓ, ਵੀਜ਼ਾ ਤੁਹਾਡੀ ਪ੍ਰੋਫਾਈਲ ਜਿਹੜੀ ਹੈ ਨਾ, ਤੁਹਾਡਾ ਜਿਹੜਾ ਸਟੇਟਸ ਹੈ ਉਹਦੇ ਹਿਸਾਬ ਨਾਲ ਹੀ ਲੱਗਣਾ। ਇੱਕ ਬਹੁਤ ਵੱਡਾ ਇਹਨਾਂ ਨੂੰ ਮੈਂ ਇੱਕ ਹਿੰਟ ਦੇਤਾ, ਇੱਕ ਤਰ੍ਹਾਂ ਦਾ ਤੋਹਫਾ ਦੇਤਾ ਕਿ ਵੀਜ਼ਾ ਕਿਵੇਂ ਲੈਣੇ ਆਪਾਂ, ਹੁਣ ਇਹ ਆਪ ਵੀ ਕਰ ਸਕਦੇ ਨੇ। ਵੀਜ਼ਾ ਮਿਲਦਾ ਹੈ ਅੰਬੈਸੀ ਤੋਂ ਇਨਕਮ ਸੋਰਸ ਦੇ ਆਧਾਰ ਤੇ, ਤੁਸੀਂ ਆਪਣੀ ਇਨਕਮ ਆਪ ਵੀ ਗੇਨ ਕਰ ਸਕਦੇ ਹੋ, ਕੋਈ ਨਾ ਕੋਈ ਸੈਟਿੰਗ ਕਰਕੇ ਤੁਸੀਂ ਕਿਸੇ ਫਰਮ ਤੋਂ ਕੋਈ ਸੈਲਰੀ ਵਗੈਰਾ ਖਾਤੇ 'ਚ ਪਵਾ ਸਕਦੇ ਹੋ, ਜੇ ਕਿਸੇ ਦਾ ਕੋਈ ਆਪਣਾ ਕਰੰਟ ਅਕਾਊਂਟ ਹੈਗਾ, ਕੋਈ ਜੇ ਫਾਰਮ ਵਗੈਰਾ, ਕੋਈ ਐਗਰੀਕਲਚਰ ਦਾ ਜ਼ਮੀਨ ਠੇਕੇ ਤੇ ਲੈ ਕੇ ਕੋਈ 6 ਮਹੀਨੇ ਦੀ ਉਹ ਪ੍ਰੋਫਾਈਲ ਤਿਆਰ ਕਰ ਸਕਦੇ ਹੋ। ਇਨਕਮ ਸੋਰਸ ਆਪਣਾ ਤੁਸੀਂ ਤਿਆਰ ਕਰੋ, ਜਿਹੜਾ ਤੁਸੀਂ ਕਿਸੇ ਏਜੰਟ ਨੂੰ 20 ਲੱਖ ਦੇਣਾ ਹੈ ਨਾ, ਉਹਦੇ ਵਿੱਚੋਂ 1 ਲੱਖ ਰੁਪਈਆ ਤੁਸੀਂ ਆਪਣੇ ਆਪ ਤੇ ਸਿਰਫ ਇੱਕ ਇਨਕਮ ਨੂੰ ਬਣਾਉਣ ਤੇ ਲਾ ਦਿਓ, ਤੇ ਜੇ ਵੀਜ਼ਾ ਨਾ ਲੱਗੇ ਤਾਂ ਉਹ 1 ਲੱਖ ਰੁਪਈਆ ਮੇਰੇ ਕੋਲ ਆ ਕੇ ਲੈ ਜਿਓ। ਇਹ ਮੈਂ ਪੂਰੀ ਗਾਰੰਟੀ ਦੇ ਰਿਹਾ, ਕਿਸੇ ਏਜੰਟ ਕੋਲ ਜਾਣ ਦੀ ਲੋੜ ਨਹੀਂ ਹੈ। ਠੀਕ ਹੈ। ਅੱਛਾ, 15 ਲੱਖ ਦਾ ਜਦੋਂ ਅਸੀਂ ਜ਼ਿਕਰ ਕਰ ਰਹੇ ਹਾਂ ਤਾਂ 15 ਲੱਖ ਵਾਲੇ ਕੰਸਲਟੈਂਟ ਸਪਾਂਸਰਸ਼ਿਪ ਨੂੰ ਐਡ ਕਰਦੇ ਨੇ ਵੀ ਅਸੀਂ ਤੁਹਾਨੂੰ ਬਾਹਰਲੇ ਮੁਲਕ ਤੋਂ ਸਪਾਂਸਰਸ਼ਿਪ ਲੈ ਕੇ ਦੇਵਾਂਗੇ ਜਿਹਦੇ ਆਧਾਰ ਤੇ ਤੁਹਾਡਾ ਵੀਜ਼ਾ ਗ੍ਰਾਂਟ ਹੋਏਗਾ। ਕੀ ਸਿਰਫ ਸਪਾਂਸਰਸ਼ਿਪ ਦੇ ਬੇਸ ਤੇ ਵੀਜ਼ਾ ਗ੍ਰਾਂਟ ਹੁੰਦਾ ਹੈ, ਹੋਟਲ ਬੁਕਿੰਗ ਤੇ ਵੀਜ਼ਾ ਗ੍ਰਾਂਟ ਨਹੀਂ ਹੋਏਗਾ? ਨਹੀਂ, ਇਦਾਂ ਦਾ ਕੁਝ ਨਹੀਂ ਹੁੰਦਾ ਜੀ। ਵੀਜ਼ਾ ਗ੍ਰਾਂਟ ਫਿਰ ਉਹੀ ਗੱਲ ਮੁੜ ਕੇ ਉੱਥੇ ਹੀ ਆ ਜਾਂਦੀ ਹੈ, ਇਨਕਮ ਸੋਰਸ ਤੁਹਾਡਾ ਸਟੇਟਸ। ਅੰਬੈਸੀ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਹੈਗਾ ਕਿ ਤੁਸੀਂ ਸਪਾਂਸਰ ਤੇ ਜਾ ਰਹੇ ਹੋ ਜਾਂ ਤੁਸੀਂ ਹੋਟਲ ਬੁਕਿੰਗ ਤੇ ਜਾ ਰਹੇ ਹੋ। ਦੇਖੋ, ਜੇ ਤੁਹਾਨੂੰ ਵਾਕਈ ਕਿਸੇ ਨੇ ਬੁਲਾਇਆ ਹੈ, ਕੋਈ ਬਲੱਡ ਰਿਲੇਸ਼ਨ 'ਚ ਕਿਸੇ ਨੇ ਬੁਲਾਇਆ, ਜਾਂ ਕੋਈ ਵੈਸੇ ਕਿਸੇ ਯਾਰ ਦੋਸਤ ਨੇ ਕਿਸੇ ਫੰਕਸ਼ਨ ਤੇ ਬੁਲਾਇਆ ਹੈ ਹਨਾ, ਚਾਹੇ ਤੁਹਾਡੇ ਕੋਲ ਕੋਈ ਕੈਨੇਡਾ ਤੋਂ MP ਦੇ ਵੱਲੋਂ ਕੋਈ ਲੈਟਰ ਹੈਗਾ, ਜਾਂ ਆਸਟ੍ਰੇਲੀਆ ਦੀ ਗੱਲ ਕਰ ਲਈਏ ਜਾਂ UK ਦੀ ਗੱਲ ਕਰ ਲਈਏ, ਵੀ ਕਿਸੇ ਵੀ ਕੰਟਰੀ ਤੋਂ ਅਗਰ ਤੁਹਾਨੂੰ ਕੋਈ ਸਪਾਂਸਰ ਆਈ ਹੈ ਤਾਂ ਤੁਸੀਂ ਸਪਾਂਸਰ ਨਾਲ ਲਾ ਸਕਦੇ ਹੋ। ਵੀਜ਼ਾ ਮਿਲਣਾ ਤੁਹਾਡੇ ਸਟੇਟਸ ਦੇ ਆਧਾਰ ਤੇ ਹੀ ਹੈ, ਮਿਲਣਾ ਫੇਰ ਵੀ ਤੁਹਾਡੇ ਸਟੇਟਸ ਤੇ ਹੀ ਹੈ, ਦੇ ਆਧਾਰ ਤੇ। ਅੱਛਾ, ਇੱਕ ਚੀਜ਼ ਹੋਰ ਮੈਂ ਕੰਸਲਟੈਂਟ ਦੀ ਨੋਟ ਕੀਤੀ ਹੈ, ਜਦੋਂ ਤਾਂ ਨਿਊ ਈਅਰ ਆ ਜੇ ਉਦੋਂ ਕਹਿੰਦੇ ਵੀ ਹੁਣ ਨਿਊ ਈਅਰ ਆ ਗਿਆ, ਇਸ ਕਰਕੇ ਕੈਨੇਡਾ, ਅਮਰੀਕਾ, USA ਨੇ ਵੀਜ਼ੇ ਦੇਣੇ ਨੇ, ਔਰ ਜੇ ਆ ਜੇ ਜੀ ਵਿਸਾਖੀ, ਫਿਰ ਉਦੋਂ ਕਹਿੰਦੇ ਨੇ ਕਿ ਵਿਸਾਖੀ ਦਾ ਕਰਕੇ ਵੀਜ਼ੇ ਮਿਲਣੇ ਨੇ। ਜੇ ਆ ਜੇ ਪਸ਼ੂ ਮੇਲਾ ਤੇ ਉਹ ਕਹਿੰਦੇ ਨੇ ਉੱਥੇ ਪਸ਼ੂ ਮੇਲਾ ਲੱਗਣ ਜਾ ਰਿਹਾ। ਇਹ ਬੜਾ ਜ਼ਿਆਦਾ, ਇਹ ਫਿਰ ਦੁਕਾਨਦਾਰੀ ਹੈ ਨਾ ਜੀ। ਜਦੋਂ ਵੀ ਦੇਖੋ ਵਿਸਾਖੀ ਆਉਂਦੀ ਹੈ, ਇੰਟਰਵਿਊ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਤੇ ਉਦਾਂ ਦੇ ਸਾਡੇ ਭੋਲੇ ਭਾਲੇ ਲੋਕ ਨੇ ਜਿਹੜੇ ਮਗਰ ਲੱਗ ਜਾਂਦੇ। ਹਾਂਜੀ ਹਾਂ, ਉਹਨਾਂ ਨੂੰ ਐਂ ਲੱਗਦਾ ਵੀ ਲਓ ਜੀ ਹੁਣ ਅੰਬੈਸੀ ਨੇ ਕੋਟਾ ਕੱਢਤਾ, ਵੀਜ਼ੇ ਕੱਢਤੇ, ਹੁਣ ਵੀਜ਼ੇ ਬਹੁਤ ਲੱਗਣੇ ਨੇ। ਅੰਬੈਸੀ ਦਾ ਨੇਚਰ ਹੈ ਨਾ ਜਿਹੜਾ, ਉਹ ਨੇਚਰ ਦੇ ਵਿੱਚ ਪੂਰਾ ਬਿਜ਼ਨਸ ਇੱਕ ਤਰ੍ਹਾਂ ਦਾ ਆ ਗਿਆ। ਅੰਬੈਸੀ ਦਾ ਜਿਹੜਾ ਇੱਕ ਪੂਰਾ ਸਿਸਟਮ ਹੈ, 12 ਮਹੀਨੇ 30 ਦਿਨ ਇੱਕੋ ਜਿਹਾ ਹੀ ਰਹਿੰਦਾ ਹੈ। ਅੰਬੈਸੀ ਹਮੇਸ਼ਾ ਵੀਜ਼ਾ ਦੇਣ ਵਾਸਤੇ ਬੈਠੀ ਹੈ। ਤੁਹਾਡੇ ਕੋਲ ਅਗਰ ਪ੍ਰੋਫਾਈਲ ਹੈ ਜਾਂ ਪ੍ਰੋਫਾਈਲ ਨਹੀਂ ਹੈ, ਅਗਰ ਹੈ ਤਾਂ ਵਧੀਆ ਗੱਲ ਹੈ, ਨਹੀਂ ਹੈ ਤਾਂ ਪ੍ਰੋਫਾਈਲ ਨੂੰ ਰੈਡੀ ਕਰੋ, ਰੈਡੀ ਕਰਕੇ ਵਧੀਆ ਤਰੀਕੇ ਨਾਲ ਤਿਆਰ ਕਰਕੇ ਤੁਸੀਂ ਫਾਈਲ ਅੰਬੈਸੀ ਚ ਲਾਓ, ਚਾਹੇ ਉਹ ਜਨਵਰੀ ਦਾ ਮਹੀਨਾ ਹੋਵੇ ਚਾਹੇ ਦਸੰਬਰ ਦਾ ਹੋਵੇ, ਕੋਈ ਫਰਕ ਨਹੀਂ ਪੈਂਦਾ। ਨਵੇਂ ਸਾਲ ਵਾਸਤੇ ਕੋਈ ਫਰਕ ਨਹੀਂ ਪੈਂਦਾ, ਛੁੱਟੀਆਂ ਦਾ ਕੋਈ ਫਰਕ ਨਹੀਂ ਪੈਂਦਾ, ਵਿਸਾਖੀ ਦਾ। ਹਾਂ, ਇਹ ਗੱਲ ਵੱਖਰੀ ਜ਼ਰੂਰ ਹੈ, ਮੰਨ ਲਓ ਵਿਸਾਖੀ ਹੈ, ਤੁਹਾਨੂੰ ਉੱਥੋਂ ਕਿਸੇ ਗੁਰੂ ਘਰਾਂ ਤੋਂ ਕੋਈ ਸਪਾਂਸਰ ਮਿਲ ਰਹੀ ਹੈ, ਹਾਂ ਉੱਥੇ ਕਿਸੇ ਨੇ ਕੋਈ ਪ੍ਰੋਗਰਾਮ ਸੈੱਟ ਕੀਤਾ ਹੋਇਆ ਵੀ ਹਾਂ ਕਿਸੇ ਫੰਕਸ਼ਨ ਤੇ ਜਾ ਰਹੇ ਹੋ, ਵੀ ਹੁਣ ਜਿਵੇਂ ਪੰਜਾਬੀਆਂ ਦਾ ਸੰਬੰਧ ਜਿਹੜਾ ਹੈਗਾ, ਮਤਲਬ ਕਿ ਦੀਵਾਲੀ ਆ ਗਈ, ਵਿਸਾਖੀ ਆ ਗਈ, ਨਵਾਂ ਸਾਲ ਚਲੋ ਮਨਾਉਣ ਵਾਸਤੇ ਕੋਈ ਸਿਸਟਮ ਆ ਗਿਆ ਤਾਂ ਨਾ, ਹਾਂ ਕੋਈ ਤੁਹਾਨੂੰ ਸਪਾਂਸਰ ਭੇਜਦਾ, ਉਹ ਇੱਕ ਵੱਖਰੀ ਚੀਜ਼ ਆ ਜਾਂਦੀ ਹੈ। ਸਪਾਂਸਰ ਦਾ ਫਿਰ ਅਲੱਗ ਤੋਂ ਮਸਲਾ ਹੋ ਗਿਆ ਨਾ, ਵੀ ਉਹਦਾ ਤੁਹਾਡਾ ਪਰਸਨਲ ਮੈਟਰ ਹੋ ਗਿਆ ਕਿ ਕੋਈ ਤੁਹਾਨੂੰ ਇਨਵਾਈਟ ਕਰ ਰਿਹਾ। ਵੀ ਕਹਿਣ ਦਾ ਭਾਵ ਜਿਹੜਾ ਇਹ ਦੁਕਾਨਦਾਰੀ ਬਣਾਈ ਹੋਈ ਹੈ ਨਾ, ਵੀ ਹਾਂਜੀ ਹੁਣ ਵੀਜ਼ੇ ਬਹੁਤ ਆ ਗਏ ਜੀ, ਹੁਣ ਵਿਸਾਖੀ ਤੇ ਵੀਜ਼ੇ ਬਹੁਤ ਲੱਗਣੇ ਨੇ, ਹੁਣ ਇਹ ਦੀਵਾਲੀ ਆ ਗਈ ਜੀ ਬਹੁਤ ਵੀਜ਼ੇ ਲੱਗਣੇ ਨੇ, ਐਸਾ ਕੁਝ ਨਹੀਂ ਹੈਗਾ। ਅੰਬੈਸੀ ਦੀ ਰੁਟੀਨ 12 ਮਹੀਨੇ 30 ਦਿਨ ਇੱਕੋ ਜੀ ਰਹਿੰਦੀ ਹੈ। ਇਹ ਦਿਮਾਗ ਦੇ ਵਿੱਚ ਸੋਚਣ ਦੀ ਲੋੜ ਹੀ ਨਹੀਂ ਹੈਗੀ ਕਿ ਹੁਣ ਏਜੰਟ ਨੇ ਕਹਿਤਾ ਕਿ ਨਵਾਂ ਸਾਲ ਆ ਗਿਆ ਜੀ, ਆ ਜਾਓ ਬਹੁਤ ਵੀਜ਼ੇ ਲੱਗਣੇ ਨੇ। ਕਈ ਬੰਦੇ ਕਰਦੇ ਨੇ, ਕਈ ਮੈਂ ਦੇਖਿਆ ਐਡ ਪਾਉਂਦੇ ਨੇ, ਸਾਡੇ ਪਿਛਲੇ ਮਹੀਨੇ 5000 ਵੀਜ਼ਾ ਆਇਆ, ਸਾਡਾ ਮਈ ਦੇ ਮਹੀਨੇ ਵਿੱਚ 517 ਵੀਜ਼ੇ ਆਏ। ਤੁਸੀਂ ਵੀ ਸ਼ਾਇਦ ਦੇਖੀ ਹੋਵੇ ਐਡ। ਬਿਲਕੁਲ ਬਿਲਕੁਲ, ਇੰਨੇ ਵੀਜ਼ੇ ਤਾਂ ਹਲੇ ਅੰਬੈਸੀ ਨੇ ਦਿੱਤੇ ਨਹੀਂ ਹੋਣੇ ਜਿੰਨੇ ਉਹ ਏਜੰਟ ਕਹਿ ਦਿੰਦੇ ਨੇ।
ਵੀ ਜਿੰਨੇ ਏਜੰਟ ਕਹਿ ਦਿੰਦੇ ਨੇ ਨਾ ਵੀ ਇਹ ਸਾਡੇ ਇੰਨੇ ਵੀਜ਼ੇ ਆਏ, ਅੱਛਾ ਕਈਆਂ ਦੇ ਵੀਜ਼ੇ ਨਹੀਂ ਲੱਗਦੇ, ਉਹ ਐਡਿਟ ਕਰ ਕਰਕੇ ਵੀਜ਼ੇ ਪਾਉਂਦੇ ਰਹਿੰਦੇ ਨੇ, ਆਹ ਦੇਖੋ ਸਾਡੇ ਵੀਜ਼ੇ ਆਏ, ਆਹ ਦੇਖੋ ਸਾਡੇ ਵੀਜ਼ੇ ਆਏ। ਮੈਂ ਨਾ ਬੜਾ ਇੱਕ ਸਪਸ਼ਟ ਤੇ ਕਲੀਅਰ ਚੱਲਣ ਵਾਲਾ ਬੰਦਾ ਵਾਂ, ਮੈਂ ਕੋਈ ਇਹੋ ਜਿਹੀਆਂ ਫਾਰਮੈਲਿਟੀਆਂ ਇਹੋ ਜਿਹੇ ਜਿਵੇਂ ਕਹਿ ਦਈਦਾ ਮਤਲਬ ਕਿ ਚੱਜ ਨਹੀਂ ਕਰਨੇ ਆਉਂਦੇ, ਇਹੋ ਜਿਹੇ ਵੀ ਐਵੇਂ ਸ਼ੋਸ਼ੇਬਾਜ਼ੀਆਂ ਨਹੀਂ ਕਰਨੀਆਂ ਆਉਂਦੀਆਂ। ਮੇਰੇ ਕੋਲ ਵੀਜ਼ਾ ਆਏਗਾ ਤਾਂ ਮੈਂ ਵੀਡੀਓ ਪਾਉਂਦਾ, ਕਈ ਵਾਰੀ ਮੇਰੇ ਕੋਲ 2-2 ਮਹੀਨੇ ਵੀਜ਼ਾ ਨਹੀਂ ਆਉਂਦਾ, ਮੈਂ ਬੈਠਾ ਰਹਿਣਾ ਆਰਾਮ ਨਾਲ, ਉਹਦੇ ਨਾਲ ਮੇਰੀ ਕੋਈ ਛਵੀ ਥੋੜੀ ਖਰਾਬ ਹੋ ਜਾਣੀ ਹੈ। ਕਈ ਵਾਰੀ ਮੇਰੇ 50 ਵੀਜ਼ੇ ਇਕੱਠੇ ਵੀ ਰਿਫਿਊਜ਼ ਹੋ ਜਾਂਦੇ ਨੇ, ਐਮਬੈਸੀ ਹੈ, ਵੀਜ਼ਾ ਦੇਣਾ ਹੈ, ਮੈਂ ਆਪਣੀ ਵੀਜ਼ੇ ਲੱਗੇ ਸਾਰੇ ਦੱਸਦੇ ਨੇ ਵੀਜ਼ਾ ਰਿਫਿਊਜ਼ ਹੋਇਆ, ਕੋਈ ਨਹੀਂ ਦੱਸਦਾ। ਤੁਸੀਂ ਅੱਜ ਔਨ ਕੈਮਰਾ ਇਹ ਗੱਲ ਕਹਿ ਰਹੇ ਹੋ ਵੀ ਮੇਰੇ ਕਈ ਵਾਰੀ 50 ਇਕੱਠੇ ਵੀ ਰਿਫਿਊਜ਼ ਹੋ ਜਾਂਦੇ ਆ, ਹੁੰਦੇ ਨੇ ਜੀ। ਇਹ ਡਿਸੀਜਨ ਹੈ ਐਮਬੈਸੀ ਦਾ, ਕਿਉਂਕਿ ਮੈਂ ਕਿਉਂ ਦੱਸ ਰਿਹਾ, ਕਿਉਂਕਿ ਮੈਂ ਪ੍ਰੋਫਾਈਲਰ ਹਾਂ, ਮੈਂ ਫਾਈਲ ਤਿਆਰ ਕਰਨੀ ਹੈ। ਜਿਵੇਂ ਆਪਾਂ ਕਿਸੇ ਸੀਏ ਕੋਲ ਜਾ ਕੇ ਸੀਏ ਰਿਪੋਰਟ ਲੈ ਲੈਂਦੇ ਆ ਨਾ, ਜਾਂ ਬੈਂਕ ਜਾ ਕੇ ਆਪਾਂ ਸਟੇਟਮੈਂਟ ਕਢਾ ਲਈ, ਉੱਥੋਂ ਟੂਰਿਸਟ ਵੀਜ਼ਾ ਅਪਲਾਈ ਕਰ ਲਿਆ, ਤੇ ਜੇ ਮੰਨ ਲਓ ਟੂਰਿਸਟ ਵੀਜ਼ਾ ਰਿਫਿਊਜ਼ ਹੋ ਗਿਆ, ਕੀ ਆਪਾਂ ਬੈਂਕ ਵਾਲਿਆਂ ਨਾਲ ਲੜਾਂਗੇ ਜਾ ਕੇ ਕਿ ਹਾਂਜੀ ਤੁਸੀਂ ਸਾਨੂੰ ਸਟੇਟਮੈਂਟ ਕੱਢਣ ਦਾ 100 ਰੁਪਿਆ ਲਿਆ ਸੀ ਸਾਡੇ ਤੋਂ ਤੇ ਅਸੀਂ ਵੀਜ਼ਾ ਅਪਲਾਈ ਕੀਤਾ, ਲੱਗਿਆ ਨਹੀਂ, ਸਾਡਾ 100 ਰੁਪਿਆ ਵਾਪਸ ਕਰੋ। ਜਾਂ ਸੀਏ ਨਾਲ ਜਾ ਕੇ ਆਪਾਂ ਲੜਾਂਗੇ ਵੀ ਹਾਂ ਤੂੰ ਸੀਏ ਰਿਪੋਰਟ ਬਣਾਈ ਸੀ, ਵੀਜ਼ਾ ਤਾਂ ਲੱਗਿਆ ਨਹੀਂ, ਮੈਨੂੰ ਪੈਸੇ ਵਾਪਸ ਕਰ। ਜਾਂ ਪ੍ਰਾਪਰਟੀ ਵੈਲੂਏਸ਼ਨ ਬਣਾ ਕੇ ਜਿਵੇਂ ਨਾਲ ਲਾਉਣੀ ਪੈਂਦੀ ਹੈ, ਆਪਾਂ ਉਹਨੂੰ ਕਹਿੰਦੇ ਵੀ ਆ ਵੀ ਹਾਂਜੀ ਬਾਹਰ ਜਾਣਾ ਹੈ, ਮੈਨੂੰ ਵੈਲੂਏਸ਼ਨ ਕਰਕੇ ਦੇ ਦੇ, ਉੱਥੇ ਫਾਈਲ ਲਾਣੀ ਹੈ, ਕੀ ਆਪਾਂ ਲੜਦੇ ਆ ਉਹਦੇ ਨਾਲ? ਬੰਦਾ ਲੜਦਾ ਕਿਹਦੇ ਨਾਲ? ਏਜੰਟ ਨਾਲ ਜਾ ਕੇ ਬਸ। ਅੱਛਾ, ਟੂਰਿਸਟ ਵੀਜ਼ਾ ਤੇ ਵਿਜ਼ਟਰ ਵੀਜ਼ਾ 'ਚ ਬਹੁਤ ਸਾਰੇ ਲੋਕਾਂ ਨੂੰ ਡਿਫਰੈਂਸ ਹੀ ਨਹੀਂ ਪਤਾ ਵੀ ਇਹਨਾਂ ਦੋਨਾਂ 'ਚ ਫਰਕ ਕੀ ਹੈਗਾ। ਇੱਕ ਤਾਂ ਮੈਂ ਦੋਨਾਂ ਦੇ ਬਾਰੇ ਫਰਕ ਜਾਣਨਾ ਚਾਹੂੰਗੀ, ਤੇ ਕਿਸ ਆਧਾਰ ਦੇ ਉੱਤੇ ਸਾਡੇ ਕੋਲ ਕਿੰਨਾ ਕੁ ਬੈਂਕ ਬੈਲੈਂਸ ਹੋਣਾ ਚਾਹੀਦਾ, ਸਾਡੀ ਪ੍ਰੋਫਾਈਲ ਕਿੰਨੀ ਕੁ ਹੋਣੀ ਚਾਹੀਦੀ ਹੈ ਸਟਰੋਂਗ, ਜਿਹਦੇ ਨਾਲ ਅਸੀਂ ਆਪਣੇ ਆਪ ਨੂੰ ਇੱਕ ਜੈਨੂਅਨ ਟੂਰਿਸਟ ਕਾਊਂਟ ਕਰ ਸਕੀਏ ਵੀ ਹਾਂ ਅਸੀਂ ਵਾਕਿਆ ਘੁੰਮਣ ਦੇ ਵਿੱਚ ਜਾ ਰਹੇ ਹੈਗੇ ਹਾਂ। ਆਪਣਾ ਦੇਖੋ, ਜਿਹੜਾ ਤਾਂ ਬੈਂਕ ਬੈਲੈਂਸ ਤੁਸੀਂ ਪੁੱਛਿਆ ਹੈ ਨਾ ਵੀ ਬੈਂਕ ਬੈਲੈਂਸ ਕਿੰਨਾ ਹੋਣਾ ਚਾਹੀਦਾ, ਬੈਂਕ ਬੈਲੈਂਸ ਜਿਹੜਾ ਹੈਗਾ, ਅਗਰ ਸਿੰਗਲ ਜਾ ਰਿਹਾ ਕੋਈ ਤਾਂ 5-7 ਲੱਖ ਰੁਪਇਆ ਬਹੁਤ ਹੈ, ਹਸਬੈਂਡ ਵਾਈਫ ਜਾ ਰਹੇ ਨੇ ਤਾਂ ਤੁਸੀਂ ਮੰਨ ਕੇ ਚੱਲੋ 10-12 ਲੱਖ ਬਹੁਤ ਹੈ। ਜਿਹੜਾ ਤੁਸੀਂ ਸਵਾਲ ਕੀਤਾ ਨਾ ਕਿ ਟੂਰਿਸਟ ਵੀਜ਼ਾ ਤੇ ਵਿਜ਼ਟਰ ਵੀਜ਼ਾ, ਟੂਰਿਜ਼ਮ ਤੇ ਵਿਜ਼ਟਰ ਦੇ ਵਿੱਚ ਫਰਕ ਕੀ ਹੈ, ਕੁਝ ਖਾਸ ਫਰਕ ਨਹੀਂ ਹੈਗਾ, ਦੋਨੋਂ ਤਕਰੀਬਨ ਸੇਮ ਹੀ ਕੈਟਾਗਰੀ ਹੈ। ਅਗਰ ਮੰਨ ਲਓ ਕੋਈ ਸਪਾਂਸਰ ਆਈ ਹੈ ਬਾਹਰੋਂ, ਸਪਾਂਸਰ ਤੇ ਆਪਾਂ ਜਾ ਰਹੇ ਹਾਂ ਤਾਂ ਉਹ ਵਿਜ਼ਟਰ ਵੀਜ਼ਾ ਹੋ ਜਾਂਦਾ ਕਿ ਵਿਜ਼ਿਟ ਕਰਨ ਜਾ ਰਹੇ ਹਾਂ ਬਸ, ਉਹ ਵੀਜ਼ਾ ਵੀ 6 ਮਹੀਨੇ ਦਾ ਲੱਗਦਾ ਹੈ। ਤੇ ਜਿਹੜਾ ਟੂਰਿਜ਼ਮ ਵੀਜ਼ਾ ਹੁੰਦਾ ਉਹ ਮਲਟੀਪਲ ਵੀਜ਼ਾ ਲੱਗਦਾ, ਜਿੰਨੀ ਪਾਸਪੋਰਟ ਦੀ ਵੈਲਿਡਿਟੀ ਹੈ ਉਨਾ ਹੀ ਵੀਜ਼ਾ ਲੱਗਦਾ ਹੈ। ਤੇ ਉਹ ਜਿਵੇਂ ਮੰਨ ਲਓ ਆਪਾਂ ਨਾਰਮਲ ਹੋਟਲ ਬੁਕਿੰਗ ਤੇ ਆਪਾਂ ਅਪਲਾਈ ਕਰਦੇ ਹਾਂ ਨਾ, ਇਦਾਂ ਉਹ ਕੈਟਾਗਰੀ ਹੋ ਜਾਂਦੀ ਹੈ। ਠੀਕ ਹੈ। ਤੇ 5500 ਰੁਪਏ ਚ ਚਾਹੇ ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕਰਨਾ ਹੈ, ਚਾਹੇ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਹੈ, ਚਾਹੇ ਰਿਲੀਜੀਅਸ ਵੀਜ਼ਾ ਅਪਲਾਈ ਕਰਨਾ ਹੈ, ਜਿਹੜੇ ਹੁਣ ਰਾਗੀ ਗ੍ਰੰਥੀ ਹੈ, ਕੀਰਤਨ ਕਰਦੇ ਹੈ ਹਨਾ, ਇਹ ਵੀ ਕੈਟਾਗਰੀ ਮੇਰੇ ਕੋਲ ਬਹੁਤ ਆਉਂਦੀ ਹੈ ਕਿਉਂਕਿ ਸ਼ੁਰੂਆਤ ਹੀ ਸਾਡੇ ਕੰਮ ਦੀ ਇੱਥੋਂ ਹੋਈ ਸੀ, ਤਾਂ ਉਹ ਵੀ ਮੋਸਟ ਵੈਲਕਮ ਹੈ ਜੀ ਸਾਰਿਆਂ ਨੂੰ। ਚਾਹੇ ਕੋਈ ਕੀਰਤਨ ਕਰਦਾ ਹੈ, ਚਾਹੇ ਕੋਈ ਦਿਹਾੜੀ ਕਰ ਰਿਹਾ, ਚਾਹੇ ਕੋਈ ਕਿਸੇ ਕੋਲ ਇਨਕਮ ਹੈ ਜਾਂ ਨਹੀਂ ਹੈ, ਇੰਨੀ ਕੁ ਬੇਨਤੀ ਹੈ ਬਸ ਕਿ ਟੂਰਿਸਟ ਵੀਜ਼ਾ ਦੇ ਆਧਾਰ ਤੇ ਆਪਾਂ ਕਿਸੇ ਕੋਲ ਜਾ ਕੇ 10-10 ਲੱਖ ਰੁਪਈਆ, 15-15 ਲੱਖ ਰੁਪਈਆ ਖਰਾਬ ਨਾ ਕਰੀਏ, ਕਿਉਂਕਿ ਜੋ 15 ਲੱਖ ਲੈਣ ਵਾਲੇ ਬੰਦੇ ਨੇ ਪ੍ਰੋਫਾਈਲ ਤਿਆਰ ਕਰਕੇ ਐਮਬੈਸੀ ਤੋਂ ਹੀ ਵੀਜ਼ਾ ਲੈਣਾ ਹੈ, ਤੇ ਅਸੀਂ ਵੀ ਪ੍ਰੋਫਾਈਲ ਤਿਆਰ ਕਰਕੇ ਐਮਬੈਸੀ ਤੋਂ ਹੀ ਵੀਜ਼ਾ ਲੈਣਾ ਹੈ। ਜਾਣਾ ਤਾਂ ਇੱਕੋ ਘਰ ਦੇ ਵਿੱਚ ਹੀ ਹੈ ਨਾ, ਇੱਕੋ ਘਰ ਦੇ ਵਿੱਚ ਜਾਣਾ, ਬਿਲਕੁਲ। ਹਾਈ ਕਮਿਸ਼ਨ ਨੇ ਵੀਜ਼ਾ ਗ੍ਰਾਂਟ ਕਰਨਾ ਹੈ, ਵੀਜ਼ਾ ਤੁਹਾਡੀ ਪ੍ਰੋਫਾਈਲ ਨੇ ਦੇਣਾ, ਤਾਂ ਤੁਹਾਨੂੰ ਇਹਨਾਂ ਲੱਖਾਂ ਰੁਪਈਆ ਵੇਸਟ ਕਰਨ ਦੀ ਜ਼ਰੂਰਤ ਹੀ ਨਹੀਂ ਹੈ। ਥੋੜਾ ਜਿਹਾ ਸਮਾਂ ਸਾਡਾ ਦਰਸ਼ਕਾਂ ਤੋਂ ਇਜਾਜ਼ਤ ਲੈਣ ਦਾ ਹੋਣ ਵਾਲਾ ਹੈ, ਤਾਂ ਉਸ ਤੋਂ ਪਹਿਲਾਂ ਇੱਕ ਹੋਰ ਜ਼ਿਕਰ ਕਰਨਾ ਚਾਹੂੰਗੀ, ਸਟੱਡੀ ਵੀਜ਼ਾ, ਜੋ ਕਿ ਬਹੁਤ ਜ਼ਿਆਦਾ ਪ੍ਰਮੋਟ ਹੈ। ਹਰੇਕ ਸਟੂਡੈਂਟ, ਮੈਨੂੰ ਲੱਗਦਾ ਵੀ 100 ਚੋਂ 90% ਸਟੂਡੈਂਟ ਆ ਵੀ ਮੈਂ ਬਾਹਰ ਜਾ ਕੇ ਪੜ੍ਹਾਈ ਕਰ ਲਾਂ। ਔਰ ਪੇ ਆਫਟਰ ਵੀਜ਼ਾ ਜਿਹੜਾ, ਚਾਹੇ ਅਸੀਂ ਸਟੱਡੀ ਦਾ ਜ਼ਿਕਰ ਕਰ ਲਈਏ, ਚਾਹੇ ਅਸੀਂ ਟੂਰਿਸਟ ਦਾ ਜ਼ਿਕਰ ਕਰ ਲਈਏ, ਪੇ ਆਫਟਰ ਵੀਜ਼ਾ ਬਹੁਤ ਵੱਡੇ ਪੱਧਰ ਤੇ ਪ੍ਰਮੋਟ ਹੋ ਰਿਹਾ ਹੈ। ਤਾਂ ਪੇ ਆਫਟਰ ਵੀਜ਼ਾ ਕਿਉਂ ਕਰ ਰਹੇ ਨੇ ਲੋਕ, ਕੀ ਨੁਕਸਾਨ ਨੇ ਇਹਦੇ, ਔਰ ਜਿਨ੍ਹਾਂ ਲੋਕਾਂ ਨੇ ਸਟੱਡੀ ਵੀਜ਼ਾ ਅਪਲਾਈ ਕਰਨਾ ਹੈ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਕਿਉਂਕਿ ਹੁਣ +2 ਦੇ ਬੱਚਿਆਂ ਦੇ ਪੇਪਰ ਹੋ ਚੱਲੇ ਨੇ ਤੇ ਰਿਜ਼ਲਟ ਬਹੁਤ ਜਲਦੀ ਆਉਣ ਵਾਲਾ ਹੈ, ਪੇਪਰ ਚੱਲ ਰਹੇ ਨੇ ਬੱਚਿਆਂ ਦੇ। ਤਾਂ ਗਾਈਡਲਾਈਨ ਚਾਹੂੰਗੀ ਤੁਹਾਡੇ ਤੋਂ, 15 ਸਾਲ ਦੇ ਤਜਰਬੇ ਦੇ ਆਧਾਰ ਤੇ ਕੀ ਕਹੋਗੇ ਉਹਨਾਂ ਸਾਰਿਆਂ ਨੂੰ? ਐਕਚੁਅਲੀ ਸਟੱਡੀ ਵਾਲਾ ਜਿਹੜਾ ਹੈਗਾ ਇੱਕ ਬਹੁਤ ਵੱਡਾ ਬਿਜ਼ਨਸ ਬਣ ਚੁੱਕਿਆ ਹੈ। ਹਰ ਇੱਕ ਬੰਦਾ ਆਪਣੇ ਹਿਸਾਬ ਨਾਲ ਦੁਕਾਨਦਾਰੀ ਚਲਾ ਰਿਹਾ ਹੈ। ਐਡ ਦੇਖਦਾ ਮੈਂ ਵੀ, ਕਈ ਏਜੰਟ ਇੰਟਰਵਿਊ ਦਿੰਦੇ ਨੇ, ਜਿਵੇਂ ਮੈਂ ਬੈਠਾ ਵਾਂ, ਗੱਲਾਂ ਕਰਦੇ ਨੇ ਕਿ 5 ਲੱਖ ਦੇ ਵਿੱਚ ਵੀਜ਼ਾ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲਵਾ ਦਿੰਦੇ ਆ, ਕਿਉਂਕਿ ਸਾਡੀ ਇੱਕ ਐਸੀ ਜੰਗ ਛਿੜੀ ਹੋਈ ਹੈ ਐਡ ਦੀ। ਜੇ ਮੰਨ ਲਓ ਮੈਂ ਕੋਈ ਇਦਾਂ ਦੀ ਇੰਟਰਵਿਊ ਦੇਤੀ ਤਾਂ ਦੂਸਰੇ ਏਜੰਟ ਨੇ ਸੁਣੀ, ਉਹਨੂੰ ਹੁੰਦਾ ਹੁਣ ਮੈਂ ਕੁਝ ਐਸਾ ਕਰਾਂ ਕਿ ਇਸ ਤੋਂ ਵੀ ਵਧੀਆ ਕਰ ਦੇਵਾਂ, ਇਸ ਤੋਂ ਵਧੀਆ, ਉਹ ਭਾਵੇਂ ਉਹ ਕੰਮ ਕਰੇ ਨਾ ਕਰੇ, ਬਸ ਐਡ ਤੱਕ ਸੀਮਿਤ ਰਹਿ ਜਾਂਦਾ ਹੈ ਕਿ ਮੈਂ ਹੁਣ ਐਸਾ ਕੋਈ ਸੀਨ ਛੱਡ ਦੇਵਾਂ ਕਿ ਲੋਕ ਉਸ ਤੋਂ ਇਲਾਵਾ ਉਹਨੂੰ ਛੱਡ ਕੇ ਮੇਰੇ ਕੋਲ ਆਉਣਾ ਸ਼ੁਰੂ ਕਰ ਦੇਣ। ਹੁਣ ਮੰਨ ਲਓ ਜੇ ਕਿਸੇ ਨੇ 5 ਲੱਖ ਦੇ ਵੀਜ਼ੇ ਦੀ ਗੱਲ ਕਰੀ ਹੈ ਤਾਂ ਦੂਜੇ ਦਿਨ ਕੋਈ 4 ਲੱਖ ਕਹਿ ਦੇਗਾ, ਕਰ ਦੇਗਾ। ਬਿਲਕੁਲ। ਅਸਲ ਦੇ ਵਿੱਚ ਨਾ ਸਟੱਡੀ ਵਾਲੇ ਮੈਟਰ ਦੇ ਵਿੱਚ ਕੁਝ ਲੋਕ ਹੁਣ ਸਿਆਣੇ ਵੀ ਹੋ ਗਏ ਨੇ। ਸਟੱਡੀ ਦੇ ਵਿੱਚ ਅੱਜ ਤੋਂ
5 ਸਾਲ ਪਹਿਲਾਂ ਇੰਨੀ ਠੱਗੀ ਵੱਜਦੀ ਸੀ ਕਿ ਕਲਾਇੰਟਸ ਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ GIC ਕੀ ਹੈ, SDS ਪ੍ਰੋਫਾਈਲ ਕੀ ਹੁੰਦੀ ਹੈ, ਨੌਨ SDS ਪ੍ਰੋਫਾਈਲ ਕੀ ਹੈ, ਜਾਂ ਮੰਨ ਲਓ ਕਾਲਜ ਦੀ ਫੀਸ ਕਿਵੇਂ ਜਾਂਦੀ ਹੈ, ਕੀ ਇਹਦੀ ਕਮਿਸ਼ਨ ਵੀ ਏਜੰਟ ਨੂੰ ਆਉਂਦੀ ਹੈ। ਇਹਨਾਂ ਚੀਜ਼ਾਂ ਦਾ ਕੁਝ ਨਹੀਂ ਸੀ ਪਤਾ ਹੁੰਦਾ। ਏਜੰਟ ਨੂੰ ਬਥੇਰੇ ਗੱਫੇ, ਪੂਰੇ ਖੁੱਲੇ ਗੱਫੇ ਜਿਵੇਂ ਕਹਿੰਦੇ ਨੇ, ਬਣਦੇ ਸੀ। ਹੁਣ ਜਿਵੇਂ ਜਿਵੇਂ ਕਲਾਇੰਟ ਸਿਆਣਾ ਹੋ ਰਿਹਾ, ਉਵੇਂ ਉਵੇਂ ਏਜੰਟ ਜਿਹੜਾ ਹੈਗਾ ਆਪਣੀਆਂ ਨਵੀਆਂ ਸਕੀਮਾਂ ਸਟੱਡੀ ਵਾਲੇ ਮੈਟਰ ਦੇ ਵਿੱਚ ਉਹ ਲਿਆਉਂਦੇ ਰਹਿੰਦੇ ਨੇ। ਐਂਡ ਦੇ ਵਿੱਚ ਦੁਖੀ ਹੋ ਕੇ ਉਹਨਾਂ ਨੇ ਹੁਣ ਇਹ ਗੱਲ ਕਹਿਤੀ ਹੈ ਕਿ ਕੱਲੀ ਕਾਲਜ ਦੀ ਫੀਸ ਭਰੋ, ਸਾਨੂੰ ਸਾਡਾ 50,000 ਜਾਂ ਲੱਖ ਰੁਪਈਆ ਫੀਸ ਦੇ ਦਿਓ। ਆਪਾਂ ਫਿਰ 50,000 ਜਾਂ ਲੱਖ ਰੁਪਈਆ ਫੀਸ ਕਿਉਂ ਲੈਣੀ ਹੈ ਜੇ ਸਾਨੂੰ ਕਾਲਜ ਤੋਂ ਕਮਿਸ਼ਨ ਵੀ ਮਿਲ ਜਾਂਦੀ ਹੈ। ਮੈਂ ਤਾਂ ਸਾਰਿਆਂ ਨੂੰ ਇਹੀ ਕਵਾਂਗਾ, ਜਿੰਨੇ ਵੀ ਏਜੰਟ ਬੈਠੇ ਨੇ, ਕਿ ਇੱਕ ਬੰਦੇ ਪਿੱਛੇ ਅਗਰ ਤੁਸੀਂ 5-10 ਹਜ਼ਾਰ ਰੁਪਇਆ ਵੀ ਕਮਾ ਲਿਆ ਨਾ, ਤਾਂ ਉਹ ਵੀ ਸ਼ੁਕਰ ਮਨਾਇਆ ਕਰੋ ਪਰਮਾਤਮਾ ਦਾ, ਕਿਉਂਕਿ ਆਪਣੀ ਦੁਕਾਨਦਾਰੀ ਬਹੁਤ ਵੱਡੀ ਹੈ। ਆਪਣੇ ਕੋਲ ਸ਼ਾਮ ਤੱਕ ਪਤਾ ਨਹੀਂ ਕਿੰਨੇ ਕਲਾਇੰਟ ਆ ਜਾਂਦੇ ਨੇ ਤੇ ਬਥੇਰਾ ਕੁਝ ਬਣ ਜਾਂਦਾ ਹੈ। ਆਪਾਂ ਉਹਨਾਂ ਨੂੰ ਵੀ ਦੇਖ ਲਈਏ ਜਿਹੜੇ ਆਮ ਦੁਕਾਨਾਂ ਖੋਲ ਕੇ ਬੈਠੇ ਨੇ, ਜਿਹਨੇ ਮੰਨ ਲਓ ਇੱਕ ਸ਼ੂਜ਼ ਦਾ ਜੋੜਾ ਵੇਚਣਾ ਹੈ ਜਾਂ ਜਿਹਨੇ ਇੱਕ ਸੂਟ ਵੇਚਣਾ, ਉਹ 500 ਰੁਪਇਆ ਕਮਾਉਂਦੇ ਨੇ ਇੱਕ ਸੂਟ ਪਿੱਛੇ ਜਾਂ ਇੱਕ ਸ਼ੂਜ਼ ਪਿੱਛੇ, ਉਹ ਵੀ ਤਾਂ ਸਬਰ ਕਰਦੇ ਨੇ। ਪਰ ਉਹਨਾਂ ਨੂੰ ਇਹ ਹੁੰਦਾ ਨਾ ਵੀ ਕਿੱਥੇ 50 ਗਾਹਕ ਆਉਣੇ, ਕਿੱਥੇ 5 ਦੇ ਵਿੱਚੋਂ ਹੀ ਆਪਾਂ ਸਾਰਾ ਕਰ ਦਈਏ। ਕਾਰਨ ਕੀ ਹੈ ਕਿ ਸਟੱਡੀ ਵੀਜ਼ੇ ਵਾਲਾ ਜਿਹੜਾ ਸੀਨ ਹੈ ਉਹ ਇੱਕ ਤਰ੍ਹਾਂ ਦਾ ਐਸਾ ਬਿਜ਼ਨਸ ਬਣ ਚੁੱਕਿਆ ਹੈ ਕਿ ਕੋਈ ਕਹਿ ਰਿਹਾ ਵੀ ਮੈਂ ਇੰਨੇ ਚ ਕਰਾ ਦਿੰਦਾ, ਕੋਈ ਇੰਨੇ ਚ ਕਰਾ ਦਿੰਦਾ। ਤੇ ਮੇਰਾ ਸਿਸਟਮ ਇਹ ਹੈ ਕਿ GIC ਤੁਹਾਨੂੰ ਪਤਾ ਹੀ ਹੈ ਕਿੰਨੀ ਜਾਣੀ ਹੈ ਕੈਨੇਡਾ ਦੀ। ਹਾਂਜੀ। ਕਾਲਜ ਦੀ ਫੀਸ ਜਿਹੜੀ ਹੈ, ਕਿਹੜਾ ਤੁਸੀਂ ਕੋਰਸ ਕਰਨਾ ਹੈ, ਕਿਹੜਾ ਤੁਹਾਡਾ ਕਾਲਜ ਹੈ, ਕਿੱਥੇ ਤੁਸੀਂ ਵੀ ਐਲੀਜੀਬਲ ਤੁਸੀਂ ਹੈਗੇ ਹੋ, ਉਹ ਫਿਰ ਉਸ ਹਿਸਾਬ ਨਾਲ ਜੋ ਖਰਚਾ ਆਉਣਾ ਹੈ ਉਹ ਤਾਂ ਆਉਣਾ ਹੀ ਹੈ। ਨਾਲੇ ਉਹ ਚੀਜ਼ ਸਾਨੂੰ ਆਫਰ ਲੈਟਰ ਦੇ ਉੱਤੇ ਕਲੀਅਰ ਹੀ ਹੁੰਦੀ ਹੈ ਵੀ ਸਾਡੀ ਕਾਲਜ ਦੀ ਕਿੰਨੀ ਫੀਸ ਹੈਗੀ ਹੈ। ਔਰ ਦੂਸਰਾ, ਜਿਵੇਂ ਹੁਣ ਕੋਈ ਗੱਲ ਕਰ ਰਹੇ ਨੇ ਆਸਟ੍ਰੇਲੀਆ ਦੀ ਕਿ 5 ਲੱਖ ਦੇ ਵਿੱਚ ਮੈਂ ਵੀਜ਼ਾ ਕਰਵਾ ਦਿੰਦਾ, ਕਿ 5 ਲੱਖ ਰੁਪਈਆ $5,000 ਜਾਂ 2.5 ਲੱਖ ਰੁਪਈਆ ਫੀਸ ਹੈ ਕਾਲਜ ਦੀ। ਹੁਣ ਮੰਨ ਲਓ ਕਿਸੇ ਨੇ ਬਹੁਤ ਵੱਡਾ ਕੋਈ ਕੋਰਸ ਕਰਨਾ ਹੈ, ਬਹੁਤ ਮਹਿੰਗਾ ਕੋਰਸ ਹੈ, ਆਪਾਂ ਉਹਨੂੰ ਕਿਵੇਂ 2.5 ਲੱਖ 5 ਲੱਖ ਚ ਕਰਾ ਦਾਂਗੇ? ਜੇ ਕਿਸੇ ਨੇ ਆਸਟ੍ਰੇਲੀਆ, ਆਪਣੇ ਕੋਲ 500 ਕਲਾਇੰਟ ਖੜਾ ਹੈ, ਕੀ ਆਪਾਂ ਸਾਰਿਆਂ ਦਾ ਹੀ 2.5 ਲੱਖ ਚ ਵੀਜ਼ਾ ਕਰਵਾ ਦਾਂਗੇ? ਹਰ ਇੱਕ ਦੀ ਪ੍ਰੋਫਾਈਲ ਅਲੱਗ-ਅਲੱਗ ਹੈ। ਹਰ ਇੱਕ ਨੇ, ਕੋਈ ਇੰਜੀਨੀਅਰ ਹੈ, ਕੋਈ ਹਸਪਿਟੈਲਿਟੀ ਦਾ ਹੈਗਾ, ਕਿਸੇ ਦਾ ਕੀ ਹੈ, ਕਿਸੇ ਦਾ ਕੀ ਹੈ। ਹਰ ਇੱਕ ਦੀ ਪ੍ਰੋਫਾਈਲ, ਹਰ ਇੱਕ ਦੀ ਮੰਜ਼ਿਲ ਅਲੱਗ-ਅਲੱਗ ਹੈ। ਹਰ ਇੱਕ ਦੇ ਕੋਰਸ ਅਲੱਗ ਨੇ, ਡਿਪਲੋਮੇ ਅਲੱਗ ਨੇ। ਕਿਸੇ ਨੇ ਕਾਲਜ ਜਾਣਾ ਹੈ, ਕਿਸੇ ਨੇ ਮੰਨ ਲਓ ਯੂਨੀਵਰਸਿਟੀ ਜਾਣਾ ਹੈ। ਸੋ ਇਹ ਸਿਰਫ ਕੀ ਹੈ ਕਿ ਲੋਕਾਂ ਨੂੰ ਆਪਦੇ ਕੋਲ ਬੁਲਾਉਣ ਦਾ ਇੱਕ ਪਲਾਨ ਲਾ ਲਓ, ਜਾਂ ਇੱਕ ਸਿਰਫ ਆਪਣੇ ਵੱਲ ਖਿੱਚ ਦਾ ਕੇਂਦਰ ਬਣਾਇਆ ਹੋਇਆ ਵੀ ਹਾਂ ਲੋਕਾਂ ਦਾ ਮੇਰੇ ਵੱਲ ਧਿਆਨ ਜਾਵੇ। ਪਰ ਜਦੋਂ ਤੁਸੀਂ ਆਫਿਸ ਜਾ ਕੇ ਦੇਖੋਗੇ ਤਾਂ ਉਹ ਗੱਲਾਂ ਕੁਝ ਹੋਰ ਹੋ ਜਾਂਦੀਆਂ ਨੇ। ਮੇਰੇ ਕੋਲ ਜੇ ਸਟੱਡੀ ਵੀਜ਼ਾ ਅਪਲਾਈ ਕਰਦੇ ਹੋ, ਕਾਲਜ ਦੀ ਫੀਸ ਜੋ ਵੀ ਹੋਏਗੀ, ਚਾਹੇ ਉਹ 5 ਲੱਖ ਹੋਵੇ, ਇਹ ਆਪਾਂ ਤੁਹਾਡੀ ਜੇਬ ਦੇ ਅਨੁਸਾਰ ਚੱਲਣਾ ਹੈ। ਅਗਰ ਤੁਸੀਂ ਕਹੋਗੇ ਮੇਰਾ ਕੈਨੇਡਾ ਦਾ ਸਿਰਫ 5 ਲੱਖ ਦੇ ਵਿੱਚ ਨਿਬੇੜ ਦੋ, ਤਾਂ 5 ਲੱਖ ਚ ਨਿਬੜ ਜਾਏਗਾ। 6.5 ਲੱਖ ਰੁਪਈਆ GIC ਹੈ, ਤੇ GIC ਤੁਸੀਂ ਅਗਰ ਆਪ ਭਰਦੇ ਹੋ ਤਾਂ ਮੈਂ ਤੁਹਾਡਾ 6-7 ਲੱਖ ਦੇ ਵਿੱਚ ਕੈਨੇਡਾ ਦਾ ਸਟੱਡੀ ਵੀਜ਼ਾ ਕਰਵਾ ਸਕਦਾ। ਮੋਸਟ ਵੈਲਕਮ, ਤੁਸੀਂ ਆ ਸਕਦੇ ਹੋ। ਆਸਟ੍ਰੇਲੀਆ ਦਾ ਸਿਰਫ 5 ਲੱਖ ਦੇ ਵਿੱਚ ਮੈਂ ਤੁਹਾਡਾ ਸਟੱਡੀ ਵੀਜ਼ਾ ਕਰਵਾ ਸਕਦਾ। UK ਦਾ 8 ਤੋਂ 9 ਲੱਖ ਦੇ ਵਿੱਚ ਜਾਂ 7 ਲੱਖ ਦੇ ਵਿੱਚ ਮੈਂ ਤੁਹਾਡਾ ਸਟੱਡੀ ਵੀਜ਼ਾ ਕਰਵਾ ਸਕਦਾ। ਬਟ ਅਗਰ ਤੁਸੀਂ 19-20-21 ਪਾਸ ਆਊਟ ਹੈਗੇ ਹੋ, ਠੀਕ ਹੈ, ਔਰ ਆਇਲਸ ਤੁਸੀਂ ਕੀਤੀ ਹੋਈ ਹੈ, 6 ਬੈਂਡ ਤੁਹਾਡੇ ਕੋਲ ਹੋਣੇ ਜ਼ਰੂਰੀ ਨੇ, ਤਾਂ ਜਦੋਂ ਮਰਜ਼ੀ ਮੇਰੇ ਕੋਲ ਆਓ। ਇੱਕ ਪੈਸਾ ਵੀ ਐਡਵਾਂਸ ਨਹੀਂ ਹੈਗਾ, ਕੰਮ ਕਰਵਾ ਕੇ ਪੈਸੇ ਨੇ। ਠੀਕ ਹੈ। ਕਿਸੇ ਨੇ ਮੇਰੇ ਨਾਲ ਪੈਕੇਜ ਵੀ ਕਰਨਾ ਹੈ ਤਾਂ ਉਹਦੇ ਵਿੱਚ ਵੀ 1 ਵੀ ਰੁਪਈਆ ਐਡਵਾਂਸ ਨਹੀਂ। ਪੈਕੇਜ ਦੇ ਵਿੱਚ ਵੀ ਕਾਲਜ ਦੀ ਫੀਸ ਵੀ ਮੈਂ ਭਰਾਂਗਾ, ਸਾਰਾ ਖਰਚਾ ਮੈਂ ਕਰਾਂਗਾ। ਤੇ ਜਿਹੜਾ ਤੁਹਾਨੂੰ ਪੈਕੇਜ ਕਿਤੋਂ 12 ਲੱਖ ਦਾ ਜਾਂ ਕਿਤੋਂ 15 ਲੱਖ ਦਾ ਮਿਲ ਰਿਹਾ ਹੈ, ਉਹ ਤੁਹਾਨੂੰ ਮਾਰਕੀਟ ਨਾਲੋਂ ਮੈਂ 3 ਲੱਖ ਜਾਂ 5 ਲੱਖ ਸਸਤਾ ਦੇ ਸਕਦਾ, ਜਾਂ 4 ਲੱਖ ਸਸਤਾ ਦੇ ਸਕਦਾ। ਜਿਹੜੀ ਫੰਡਿੰਗ ਤੁਸੀਂ ਹੁਣ ਜਿਵੇਂ ਫੰਡ ਆਪਾਂ ਕਰਵਾਉਂਦੇ ਆ, ਜਿਹੜੇ ਫੰਡ ਤੁਸੀਂ ਕਿਸੇ ਏਜੰਟ ਦੇ ਕੋਲੋਂ 4% 3% ਦੇ ਕੇ ਕਰਵਾਉਂਦੇ ਹੋ, ਉਹ ਮੈਂ ਤੁਹਾਡਾ 1% ਤੋਂ 2% ਤੱਕ ਕਰ ਸਕਦਾ। ਠੀਕ ਹੈ। ਚਾਹੇ ਉਹ ਸਟੱਡੀ ਦੇ ਫੰਡ ਨੇ, ਸਹੂਲਤ ਮਿਲ ਜਾਏਗੀ। ਮਤਲਬ ਠੱਗੀਆਂ ਠੋਰੀਆਂ ਤੋਂ ਤੁਸੀਂ ਬਚ ਸਕਦੇ ਹੈਗੇ ਹੋ। ਜੋ ਗੱਲਾਂ ਤੁਸੀਂ ਅੱਜ ਔਨ ਕੈਮਰਾ ਕਹਿ ਰਹੇ ਹੋ, ਵਚਨਬੰਧ ਹੋ ਤੁਸੀਂ। ਦਰਸ਼ਕ ਦੇਖ ਕੇ ਜੇ ਰਾਜਪੁਰਾ ਜਲੰਧਰ ਆਫਿਸ ਦੇ ਵਿੱਚ ਵਿਜ਼ਿਟ ਕਰਦੇ ਨੇ ਤੇ ਬਿਆਨ ਸੇਮ ਹੀ ਰਹਿਣ ਵਾਲੇ ਨੇ? ਬਿਲਕੁਲ ਸੇਮ ਰਹਿਣ ਵਾਲੇ ਨੇ, ਕਿਉਂਕਿ ਸੈਂਟਰ ਆਫ ਅਟਰੈਕਸ਼ਨ ਹੋਰ ਚੀਜ਼ਾਂ ਹੋ ਜਾਂਦੀਆਂ ਨੇ, ਮਨ ਲੁਭਾਵਨੀਆਂ ਐਡਾਂ ਹੋਰ ਚੀਜ਼ਾਂ ਹੋ ਜਾਂਦੀਆਂ ਨੇ। ਪਰ ਜਦੋਂ ਕਲਾਇੰਟ ਜਿਹੜਾ ਆ ਪੌੜੀਆਂ ਚੜ ਜਾਂਦਾ, ਉਦੋਂ ਬਾਅਦ ਕੰਸਲਟੈਂਟ ਅਕਸਰ ਆਪਦੀਆਂ ਜ਼ੁਬਾਨਾਂ ਤੋਂ ਬੇਜ਼ੁਬਾਨ ਹੋ ਜਾਂਦੇ ਨੇ। ਇਹ 'ਚ ਕੋਈ ਸ਼ੱਕ ਨਹੀਂ ਹੈਗਾ। ਬਟ ਸਾਨੂੰ ਬਹੁਤ ਟਾਈਮ ਹੋ ਗਿਆ ਕੰਮ ਕਰਦਿਆਂ ਨੂੰ, 15 ਸਾਲ ਮਾਰਕੀਟ 'ਚ ਬੈਠਿਆਂ ਨੂੰ ਹੋ ਗਿਆ। ਜੇ ਮੈਂ 5500 ਵੀਜ਼ੇ ਦੀ ਗੱਲ ਕਰੀ ਹੈ ਤਾਂ 5500 ਛੱਡੋ, ਮੈਂ 4000 ਦੇ ਵਿੱਚ ਵੀ ਵੀਜ਼ੇ ਲਵਾਏ ਨੇ। ਔਰ ਮੇਰੇ ਪੇਜ ਤੇ ਫੇਸਬੁੱਕ ਤੇ ਹਾਈ ਫਲਾਈ ਇਮੀਗ੍ਰੇਸ਼ਨ ਦਾ ਪੇਜ ਹੈ, ਉੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਵੀ ਲੱਗੇ ਆ ਜਾਂ ਨਹੀਂ ਲੱਗੇ। ਤੇ ਕੋਈ ਵੀ ਕਲਾਇੰਟ ਅਗਰ ਸਟੱਡੀ ਵੀਜ਼ੇ ਦੇ ਆਧਾਰ ਤੇ ਆਉਂਦਾ, ਮੈਂ ਜੋ ਵੀ ਕਮਿਟਮੈਂਟ ਕੀਤੀਆਂ ਨੇ ਇਹ ਸਾਰੀਆਂ ਖਰੀਆਂ ਨੇ ਔਰ ਪ੍ਰੋਪਰ ਇਹਨਾਂ ਤੇ ਪੂਰੇ ਉਤਰਾਂਗੇ। ਟੂਰਿਸਟ ਵੀਜ਼ਾ, ਵਿਜ਼ਟਰ ਵੀਜ਼ਾ, ਸਟੱਡੀ ਵੀਜ਼ਾ ਤੋਂ ਇਲਾਵਾ ਇੱਕ ਹੋਰ ਸਪੈਸ਼ਲਾਈਜੇਸ਼ਨ ਹੈ ਤੁਹਾਡੀ, ਜਿਹੜੀ ਕਿ ਮੈਂ ਫੇਸਬੁੱਕ ਦੇ ਉੱਪਰ ਦੇਖ ਰਹੀ ਸੀ, ਆਇਲਸ
ਔਰ ਪੀਟੀ ਦੀ ਫ੍ਰੀ ਜਿਹੜੀਆਂ ਕਲਾਸਿਸ ਨੇ ਉਹ ਤੁਸੀਂ ਲਵਾ ਰਹੇ ਹੋ। ਫ੍ਰੀ ਵਰਕਸ਼ਾਪ ਤਾਂ ਮੈਂ ਬਹੁਤ ਵਾਰੀ ਸੁਣਿਆ ਦੇਖਿਆ ਵੀ ਲੋਕਾਂ ਨੂੰ ਦਿੰਦੇ ਹੋਏ, ਲੇਕਿਨ ਫ੍ਰੀ ਕਲਾਸਿਸ ਇਹ ਕਿੱਦਾਂ ਪੋਸੀਬਲ ਹੈ? ਮਤਲਬ ਇੱਕ ਆਇਲਸ ਜਾਂ ਪੀਟੀ ਦੀ ਆਪਾਂ ਕਲਾਸ ਲਾਉਣ ਜਾਂਦੇ ਹਾਂ 8 10 12 15 ਆਮ ਤੌਰ ਤੇ ਫੀਸ ਹੈ, ਤੇ ਇੰਨੀ ਵੱਡੀ ਅਮਾਉਂਟ ਨੂੰ ਤੁਸੀਂ ਪਿੱਛੇ ਛੱਡ ਕੇ ਫ੍ਰੀ ਚ ਕਰਵਾ ਰਹੇ ਹੋ, ਵਾਕਿਆ ਕਰਵਾ ਰਹੇ ਹੋ? ਹਾਂਜੀ ਹਾਂ, ਬਿਲਕੁਲ ਕਰਵਾ ਰਹੇ ਹਾਂ, ਕਿਉਂਕਿ ਫ੍ਰੀ ਆਇਲਸ ਕਰਵਾਉਣ ਦਾ ਕਾਰਨ ਇਹੀ ਹੈ ਕਿ ਇੱਕ ਮੈਂ ਚਾਹਣਾ ਕਿ ਮੇਰੇ ਕੋਲ ਬੱਚੇ ਵੱਧ ਤੋਂ ਵੱਧ ਆਉਣ। ਨੈਚੁਰਲ ਜੀ ਗੱਲ ਹੈ, ਕੋਈ ਵੀ ਕਿਸੇ ਦੀ ਦੁਕਾਨਦਾਰੀ ਹੋਵੇ ਤਾਂ ਉਹਨੂੰ ਹੁੰਦਾ ਹੀ ਹੈ ਕਿ ਵੱਧ ਤੋਂ ਵੱਧ ਗਾਹਕ ਮੇਰੇ ਕੋਲ ਆਉਣ, ਹਨਾ। ਇਹਦੇ ਵਿੱਚ ਇਹ ਹੈ ਕਿ ਇੱਕ ਮੇਰੀ ਆਪਣੀ ਭਾਵਨਾ ਇਹ ਵੀ ਹੈਗੀ ਹੈ ਕਿ ਜਿਵੇਂ ਠੱਗੀ ਠੋਰੀ ਬਹੁਤ ਜ਼ਿਆਦਾ ਹੋ ਰਹੀ ਹੈ ਤਾਂ ਲੋਕਾਂ ਦਾ ਪੈਸਾ ਖਰਾਬ ਨਾ ਹੋਵੇ। ਜਿਵੇਂ ਆਮ ਬੱਚਾ ਮੰਨ ਲਓ ਇੱਕ ਵਾਰੀ ਆਇਲਸ ਕਰੇਗਾ ਤਾਂ ਉਹ ਅਗਰ ਆਇਲਸ ਕੰਪਲੀਟ ਨਹੀਂ ਕਰ ਸਕਿਆ ਤਾਂ ਉਹਦਾ 15,000 ਰੁਪਈਆ ਇੱਕ, ਤੇ ਅਗਰ ਕਿਸੇ ਨੇ ਮੰਨ ਲਓ ਇੰਸਟੀਟਿਊਟ ਵਾਲੇ ਨੇ ਫੀਸ ਲਈ ਤਾਂ 30,000 ਰੁਪਈਆ ਉਹਦਾ ਮਿੱਟੀ ਹੋ ਹੀ ਜਾਣਾ, ਉਹਨੂੰ ਫਿਰ ਦੁਬਾਰਾ ਆਇਲਸ ਕਰਨੀ ਪੈਣੀ ਹੈ। ਤੇ ਮੈਂ ਐਕਚੁਅਲੀ ਆਇਲਸ ਜਿਹੜੀ ਹੈ ਔਰ ਪੀਟੀ ਬਿਲਕੁਲ ਫ੍ਰੀ ਕਰਵਾ ਰਿਹਾ। ਇਹ ਵੀ ਨਹੀਂ ਹੈਗਾ ਕਿ ਮੈਨੂੰ ਉਹਦਾ ਕੋਈ ਬੈਨੀਫਿਟ ਨਹੀਂ ਹੋ ਰਿਹਾ ਜਾਂ ਮੈਂ ਕੋਈ ਆਪਣਾ ਪੈਸਾ ਵਿੱਚੋਂ ਕਿਸੇ ਪਾਸੇ ਕੱਢ ਨਹੀਂ ਰਿਹਾ। ਮੈਨੂੰ ਮੇਰੇ ਪੈਸੇ ਆ ਹੀ ਜਾਣੇ ਨੇ। ਫਰਕ ਇੰਨਾ ਕੁ ਹੈ ਕਿ ਮੈਂ ਉਹਨਾਂ ਨੂੰ ਅਗਰ ਫ੍ਰੀ ਆਇਲਸ ਜਾਂ ਪੀਟੀ ਕਰਵਾਵਾਂਗਾ ਤਾਂ ਉਹਨਾਂ ਦੀ ਫਾਈਲ ਜਿਹੜੀ ਹੈਗੀ ਹੈ ਕੈਨੇਡਾ ਵਾਸਤੇ, ਆਸਟ੍ਰੇਲੀਆ ਵਾਸਤੇ, ਜਿੱਥੇ ਵੀ ਉਹਨਾਂ ਨੇ ਜਾਣਾ ਹੈ, ਉਹਨਾਂ ਦਾ ਵੀਜ਼ਾ ਮੈਂ ਅਪਲਾਈ ਕਰਾਂਗਾ ਤੇ ਉਹ ਵੀਜ਼ੇ ਦੀ ਪੇਮੈਂਟ ਵੀ ਮੈਂ ਵੀਜ਼ੇ ਤੋਂ ਬਾਅਦ ਹੀ ਲਵਾਂਗਾ। ਵੀ ਜੇ ਮੇਰੇ ਕੋਲ ਕੋਈ ਬੱਚਾ ਆ ਕੇ ਆਇਲਸ ਵੀ ਕਰਦਾ ਹੈ ਔਰ ਵੀਜ਼ਾ ਵੀ ਅਪਲਾਈ ਮੇਰੇ ਕੋਲ ਹੀ ਕਰੇਗਾ ਤਾਂ ਜਦੋਂ ਤੱਕ ਉਹਦਾ ਵੀਜ਼ਾ ਨਹੀਂ ਲੱਗ ਜਾਂਦਾ ਉਹਨਾਂ ਟਾਈਮ ਮੈਂ ਕਿਸੇ ਤਰ੍ਹਾਂ ਦਾ ਕੋਈ ਪੈਸਾ ਨਹੀਂ ਲਵਾਂਗਾ। ਆਇਲਸ ਚਾਹੇ ਉਹ ਇੱਕ ਵਾਰ ਚ ਪਾਸ ਕਰੇ, ਚਾਹੇ 2 ਵਾਰੀ ਚ ਕਰੇ, ਚਾਹੇ 3 ਵਾਰੀ ਚ ਕਰੇ, ਉਹ ਟੋਟਲੀ ਖਰਚਾ ਮੈਂ ਕਰਾਂਗਾ। ਉਹਦੇ ਵਿੱਚ ਬੱਚਿਆਂ ਨੂੰ ਫਾਇਦਾ ਕੀ ਹੋਏਗਾ ਕਿ ਜਿਹੜੇ ਬੱਚੇ ਪੰਜਾਬ ਬੋਰਡ ਦੇ ਪਹਿਲੀ ਵਾਰੀ ਚ ਆਇਲਸ ਨਹੀਂ ਕਰ ਪਾਉਂਦੇ ਤਾਂ ਪੇਰੈਂਟਸ ਫਿਰ ਦੁਬਾਰਾ ਕਰਨ ਦੀ ਪਰਮਿਸ਼ਨ ਨਹੀਂ ਦਿੰਦੇ ਵੀ ਯਾਰ ਤੂੰ ਪਹਿਲਾਂ 30,000 ਮੇਰਾ ਖਰਾਬ ਕਰਤਾ ਹੈ, ਹਨਾ, ਵੀ ਤੂੰ ਪਹਿਲਾਂ ਤਾਂ ਕਰ ਨਹੀਂ ਸਕਿਆ। ਤਾਂ ਫਿਰ ਬੱਚੇ ਕੀ ਇਹੋ ਜਿਹਾ ਏਜੰਟ ਲੱਭਦੇ ਨੇ ਜਿਹੜੇ ਐਡਾਂ ਦਿੰਦੇ ਨੇ ਕਿ ਵਿਦਆਊਟ ਆਇਲਸ ਵੀਜ਼ਾ ਕਰਾ ਦਿੰਦੇ ਆ, 5 ਲੱਖ ਫਾਲਤੂ ਦੇ ਦਈਏ, 10 ਲੱਖ ਫਾਲਤੂ ਦੇ ਦਈਏ, ਹਨਾ। ਤਾਂ ਉਹ ਖਰਚਾ ਵੀ ਇਹਨਾਂ ਦਾ ਫਾਲਤੂ ਫਿਰ ਹੁੰਦਾ ਕਿਉਂਕਿ ਜਾਣਾ ਬਾਹਰ ਹੈ ਹੀ ਹੈ ਬਟ ਆਇਲਸ ਕਰ ਨਹੀਂ ਪਾਉਂਦੇ। ਤਾਂ ਮੇਰੇ ਕੋਲ ਇਹ ਖੁੱਲਾ ਸੱਦਾ ਹੈ ਕਿ ਜਿਹੜਾ ਵੀ ਬੱਚਾ ਆਇਲਸ ਨਹੀਂ ਕਰ ਪਾ ਰਿਹਾ ਉਹ ਮੇਰੇ ਕੋਲ ਚਾਹੇ 1 ਵਾਰੀ ਚ ਕਰੇ, ਚਾਹੇ 2 ਵਾਰੀ ਚ ਕਰੇ, ਮੈਂ ਟੋਟਲੀ ਪੇਮੈਂਟ ਜਿਹੜੀ ਹੈਗੀ ਹੈ ਆਫਟਰ ਵੀਜ਼ਾ ਲਵਾਂਗਾ। ਤੇ ਇਸੇ ਕਰਕੇ ਆਪਾਂ ਇਹਨੂੰ ਇਹ ਕਹਿ ਸਕਦੇ ਹਾਂ ਕਿ ਆਇਲਸ ਬਿਲਕੁਲ ਫ੍ਰੀ ਹੈ, ਕਿਸੇ ਤਰ੍ਹਾਂ ਦਾ ਕੋਈ ਪੈਸਾ ਨਹੀਂ ਹੈਗਾ। ਇਹ ਫੈਸਿਲਿਟੀ ਦਾ ਬੈਨੀਫਿਟ ਤਾਂ ਉਹਨਾਂ ਲੋਕਾਂ ਨੂੰ ਹੈ ਨਾ ਜਿਹੜੇ ਨੀਅਰ ਬਾਏ ਰਾਜਪੁਰਾ ਦੇ ਰਹਿਣ ਵਾਲੇ ਨੇ। ਹੁਣ ਸਾਨੂੰ ਪੰਜਾਬ, ਰਾਜਸਥਾਨ, ਹਨਾ, ਲਾਗੇ ਹੋਰ ਹਰਿਆਣੇ ਦੇ ਲੋਕ ਵੀ ਦੇਖ ਰਹੇ ਹੋਣਗੇ। ਜੇ ਉਹ ਇਸ ਫੈਸਿਲਿਟੀ ਦਾ ਲਾਹਾ ਚੁੱਕਣਾ ਚਾਹੁੰਦੇ ਹੋਣ ਤਾਂ ਉਹ ਕਿਵੇਂ ਚੁੱਕ ਸਕਦੇ ਨੇ? ਕਿਉਂਕਿ ਜਦੋਂ ਪੇਰੈਂਟਸ ਨੇ ਆਪਣੀ ਕੁੜੀ ਨੂੰ ਭੇਜਣਾ, ਚਾਹੇ ਮੁੰਡੇ ਨੂੰ ਵੀ ਭੇਜਣਾ, ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਲੋਕੇਸ਼ਨ ਦੇ ਨਾਲ ਉਹਦੀ ਸੇਫਟੀ ਦਾ ਵੀ ਥੋੜਾ ਜਿਹਾ ਹੋ ਜਾਂਦਾ ਕਿ ਬੱਚਾ ਕਿਵੇਂ ਰਹੇਗਾ, ਕਿੱਥੇ ਰਹੇਗਾ, ਤਾਂ ਥੋੜਾ ਉਹਨਾਂ ਨੂੰ ਗਾਈਡ ਵੀ ਕਰਦੇ ਹੋ ਤੁਸੀਂ? ਹਾਂਜੀ, ਬਿਲਕੁਲ। ਐਕਚੁਅਲੀ ਫਿਲਹਾਲ ਤਾਂ ਅਗਰ ਸਾਡੇ ਕੋਲ ਕਿਸੇ ਨੇ ਵੀ ਆਇਲਸ ਕਰਨੀ ਹੈ, ਅਗਰ ਉਹ ਆਊਟਿੰਗ ਏਰੀਆ ਦੇ ਵਿੱਚੋਂ ਹੈ, ਕਿਸੇ ਵੀ ਸਟੇਟ ਚੋਂ ਹੈ ਜਾਂ ਕਿਸੇ ਵੀ ਡਿਸਟ੍ਰਿਕਟ ਚੋਂ ਹੈ, ਤਾਂ ਇੱਥੇ ਰਹਿਣ ਦਾ ਪੂਰਾ ਪ੍ਰਬੰਧ ਹੈ। ਉਹ ਰਹਿਣਾ ਵੀ ਫ੍ਰੀ ਹੋਏਗਾ, ਬਿਲਕੁਲ। ਉਹ ਰਹਿਣ ਦਾ ਵੀ ਕਿਸੇ ਤਰ੍ਹਾਂ ਦਾ ਕੋਈ ਖਰਚਾ ਨਹੀਂ ਲਿਆ ਜਾਏਗਾ। ਖਾਣਾ ਪੀਣਾ ਉਹਨੇ ਆਪਣਾ ਹੈ ਹੀ ਹੈ। ਉਹਨਾਂ ਨੂੰ ਰਹਿਣ ਦਾ ਵਾਸਤੇ ਇੱਥੇ ਆਇਲਸ ਤਾਂ ਚਲੋ ਫ੍ਰੀ ਹੈਗੀ ਹੈ ਤੇ ਉਹਨਾਂ ਦੀ ਰਿਹਾਇਸ਼ ਜਿਹੜੀ ਹੈਗੀ ਆ ਉਹ ਵੀ ਦੇਵਾਂਗੇ ਅਸੀਂ। ਜੇ ਕੋਈ ਪੰਜਾਬ ਦੇ ਵਿੱਚੋਂ ਕੋਈ ਦੂਰੋਂ ਵੀ ਸਾਡੇ ਕੋਲ ਆ ਕੇ ਸਟੱਡੀ ਕਰਨਾ ਚਾਹੁੰਦਾ ਹੈ, ਰਹਿਣਾ ਉਹਨਾਂ ਦਾ ਫ੍ਰੀ ਹੈਗਾ। ਤੇ ਦੂਜਾ ਨੰਬਰ ਇਹ ਵੈਸੇ ਇੱਕ ਕੁਛ ਟਾਈਮ ਤੱਕ 6 ਮਹੀਨੇ ਇਹ ਐਵੇਂ ਚੱਲੇਗਾ ਕਿ ਬਾਹਰੋਂ ਆ ਕੇ ਕਿਸੇ ਨੂੰ ਮੇਰੇ ਕੋਲ ਇੱਥੇ ਆਇਲਸ ਕਰਨੀ ਪਏਗੀ। ਮੈਂ ਬਹੁਤ ਜਲਦ ਪੂਰੇ ਅੰਬਾਲੇ ਦੇ ਵਿੱਚ ਤੇ ਪੂਰੇ ਪੰਜਾਬ ਦੇ ਵਿੱਚ ਤਕਰੀਬਨ 15 ਤੋਂ ਪਲੱਸ ਜਿਹੜੀਆਂ ਨੇ ਉਹ ਸਾਡੀਆਂ ਬ੍ਰਾਂਚ ਵਗੈਰਾ ਓਪਨ ਹੋਣ ਜਾ ਰਹੀਆਂ ਨੇ। ਉਹ ਕੁਝ ਏਜੰਟ ਮੇਰੇ ਨਾਲ ਜੁੜ ਵੀ ਰਹੇ ਨੇ ਤੇ ਬਾਕੀ ਏਜੰਟਸ ਨੂੰ ਵੀ ਖੁੱਲਾ ਸੱਦਾ ਹੈ ਮੇਰੇ ਵੱਲੋਂ। ਜਿਹੜੇ ਵੀ 1 ਨੰਬਰ ਕੰਮ ਜਾਂ ਸਾਫ਼ ਨੀਅਤ ਨਾਲ, ਅਗਰ ਵਧੀਆ ਨੀਅਤ ਨਾਲ ਕੰਮ ਕਰਨਾ ਚਾਹੁੰਦੇ ਨੇ ਤਾਂ ਉਹ ਮੇਰੇ ਨਾਲ ਜੁੜਨ ਤੇ ਮੈਂ ਉਹਨਾਂ ਨੂੰ ਪ੍ਰੋਪਰਲੀ ਉਹ ਸਾਰੀ ਸੈਟਿੰਗ ਕਰਕੇ ਦੇਵਾਂਗਾ। ਤੇ ਮੈਂ ਖੁਦ ਚਾਹਣਾ ਕਿ ਜਿਹੜਾ ਫ੍ਰੀ ਆਇਲਸ ਵਾਲਾ ਹੈਗਾ ਇਹ ਪੂਰੇ ਪੰਜਾਬ ਤੇ ਪੂਰੇ ਹਰਿਆਣੇ ਵਿੱਚ ਹਰ ਥਾਂ ਤੇ ਆਫਿਸ ਹੋਣਾ ਚਾਹੀਦਾ। ਅੱਛਾ, ਤੁਸੀਂ ਫ੍ਰੀ ਆਇਲਸ ਦੀ ਗੱਲ ਕਰ ਰਹੇ ਹੋ। ਵੈਸੇ ਫ੍ਰੀ ਦੀਆਂ ਚੀਜ਼ਾਂ ਲੋਕਾਂ ਨੂੰ ਪਚਦੀਆਂ ਥੋੜੀਆਂ ਜੀਆਂ ਘੱਟ ਹੀ ਹੈ। ਜਦੋਂ ਬੱਚੇ 12-15,000 ਰੁਪਇਆ ਲਾ ਕੇ ਫੀਸ ਦੇ ਦਿੰਦੇ ਆ, ਪਹਿਲੇ 2 ਦਿਨ ਤਾਂ ਉਹਨੂੰ ਡੈਮੋ ਕਲਾਸ ਮਿਲਦੀ ਆ, ਬਹੁਤ ਵਧੀਆ ਮਿਲਦੀ ਆ। ਉੱਚ ਕੋਟੀ ਦੇ ਜਿਹੜੇ ਸਿੱਖਿਅਕ ਨੇ ਉਹਨਾਂ ਨੂੰ ਪੜ੍ਹਾਈ ਦਿੰਦੇ ਨੇ। ਉਸ ਤੋਂ ਬਾਅਦ ਜਦੋਂ ਪੈਸੇ ਦੇ ਦਿੰਦਾ ਉਹ, ਫਿਰ ਉਹਨੂੰ ਦੂਜੇ ਕਲਾਸ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਂਦਾ ਹੈ ਜਿੱਥੇ ਕਿ ਇਨਵਾਇਰਨਮੈਂਟ ਦਾ ਵੀ ਫਰਕ ਹੈ ਔਰ ਬੱਚੇ ਨੂੰ ਗਰੋ ਕਰਨ 'ਚ ਟਾਈਮ ਲੱਗ ਜਾਂਦਾ ਹੈ। ਤਾਂ ਕਿਤੇ ਫ੍ਰੀ ਦੇ ਵਿੱਚ ਕਿਤੇ ਉਹਦੇ ਫਿਊਚਰ ਨਾਲ ਕੋਈ ਕੰਪਰੋਮਾਈਜ਼ ਤਾਂ ਨਹੀਂ ਹੋਣ ਵਾਲਾ? ਟਾਈਮ ਵੇਸਟ ਤਾਂ ਨਹੀਂ ਹੋਏਗਾ? ਕਿਉਂਕਿ ਜਦੋਂ ਇੰਨੇ ਵੱਡੇ ਬ੍ਰਾਂਡ ਪੈਸੇ ਲੈ ਕੇ ਸਮਾਂ ਬਰਬਾਦ ਕਰਦੇ ਨੇ। ਹਾਂਜੀ ਹਾਂ, ਐਕਚੁਅਲੀ ਗੱਲ ਪਤਾ ਕੀ ਹੈ, ਦੇਖੋ ਅਗਰ ਆਪਾਂ ਉਹਨੂੰ ਫ੍ਰੀ ਕਰਾ ਰਹੇ ਹਾਂ
ਤੇ ਅਗਰ ਉਹ ਪਹਿਲੀ ਵਾਰ ਚ ਆਇਲਸ ਨਹੀਂ ਕਰੇਗਾ, ਉਹ ਦੂਜੀ ਵਾਰੀ ਵੀ ਮੇਰੇ ਕੋਲ ਕਰੇਗਾ ਨਾ, ਤਾਂ ਉਹਦਾ ਨੁਕਸਾਨ ਮੈਨੂੰ ਹੀ ਆ ਨਾ। ਤਾਂ ਸਭ ਤੋਂ ਜ਼ਿਆਦਾ ਪਹਿਲਾਂ ਤਾਂ ਮੈਂ ਹੀ ਚਾਹਾਂਗਾ ਕਿ ਉਹਨੂੰ ਇੰਨੀ ਵਧੀਆ ਸਟੱਡੀ ਕਰਵਾਈ ਜਾਵੇ ਕਿ ਉਹ ਪਹਿਲੀ ਵਾਰ ਦੇ ਵਿੱਚ ਹੀ ਆਇਲਸ ਕਰ ਲਵੇ। ਠੀਕ ਹੈ। ਤੇ ਮੰਨ ਲਓ ਅਗਰ ਉਹਦਾ ਮੈਂ ਟਾਈਮ ਖਰਾਬ ਕਰਾਂ ਜਾਂ ਮੇਰੇ ਕੋਲ ਟੀਚਰ ਅੱਛੇ ਨਾ ਹੋਣ ਜਾਂ ਸਟੱਡੀ ਵਧੀਆ ਨਾ ਕਰਵਾਵਾਂ, ਐਵੇਂ ਤਾਂ ਫਿਰ ਉਹ 6 ਮਹੀਨੇ ਮੇਰੇ ਕੋਲ ਆਇਲਸ ਕਰਦਾ ਰਹੇਗਾ ਤੇ ਮੈਂ ਖਰਚਾ ਭਰਦਾ ਰਵਾਂਗਾ। ਨੁਕਸਾਨ ਤਾਂ ਮੈਨੂੰ ਹੈ ਨਾ, ਬੱਚੇ ਨੂੰ ਤਾਂ ਕੋਈ ਨੁਕਸਾਨ ਨਹੀਂ ਹੈ। ਤੇ ਜਿਹੜੀ ਤੁਸੀਂ ਡੈਮੋ ਕਲਾਸ ਦੀ ਗੱਲ ਕੀਤੀ ਹੈ ਕਿ 2 ਦਿਨ ਵਧੀਆ ਕਲਾਸਾਂ ਦੇ ਦਿੰਦੇ ਨੇ, ਬਾਅਦ ਚੋਂ ਫਿਰ ਉਵੇਂ ਕਰਦੇ ਨੇ, ਉਹ ਤਾਂ ਫਿਰ ਜਿਹੜੇ ਪੈਸੇ ਲੈਂਦੇ ਨੇ ਉਹ ਕਰਦੇ ਨੇ ਨਾ। ਅਸੀਂ ਤਾਂ ਫ੍ਰੀ ਆਇਲਸ ਕਰਵਾ ਰਹੇ ਹਾਂ, ਸਾਡਾ ਤਾਂ ਪਹਿਲਾ ਦਿਨ ਤੇ ਲਾਸਟ ਦਿਨ ਇੱਕੋ ਜਿਹਾ ਹੀ ਰਹਿਣਾ ਹੈ। ਠੀਕ ਹੈ ਜੀ, ਬੱਚਾ ਚਾਹੇ 6 ਮਹੀਨੇ ਚ ਕਰੇ ਚਾਹੇ 15 ਦਿਨ ਚ ਕਰੇ, ਉਹ ਬੱਚੇ ਦੇ ਉੱਪਰ ਹੈ। ਅਸੀਂ ਵੀ ਉਹੀ ਹੈ ਵੀ ਇਦਾਂ ਦਾ ਕੋਈ ਸੀਨ ਨਹੀਂ ਹੈਗਾ ਕਿ ਕਿਸੇ ਵੀ ਪੱਖੋਂ ਬੱਚੇ ਦਾ ਟਾਈਮ ਖਰਾਬ ਹੋਵੇ। ਉਹ ਆਪਾਂ ਪ੍ਰੋਪਰਲੀ ਜਿੰਨੇ ਵੀ ਹੁਣ ਬੱਚੇ ਜਿਵੇਂ ਕਰ ਰਹੇ ਨੇ, ਪਰ ਬੱਚੇ ਸਾਡਾ ਟਾਈਮ ਜ਼ਰੂਰ ਖਰਾਬ ਕਰ ਜਾਂਦੇ ਨੇ, ਕਿਉਂਕਿ ਬੱਚਿਆਂ ਦਾ ਕੀ ਥੋੜੀ ਜਿਹੀ ਮੈਂਟੈਲਿਟੀ ਹੈ, ਫ੍ਰੀ ਵਾਲਾ ਸਿਸਟਮ ਦੇਖ ਕੇ ਨਾ ਚੱਜ ਨਾਲ ਨੀਤ ਨਾਲ ਪੜ੍ਹਦੇ ਨਹੀਂ ਹੈਗੇ ਬੱਚੇ। ਬਿਲਕੁਲ, ਇਹ ਜਿੱਦਾਂ ਹੁਣੇ ਸਾਡੀ ਟੀਮ ਨੇ ਮੈਨੂੰ ਸੁਝਾਅ ਦਿੱਤਾ ਕਿ ਸਰ ਕੁਛ ਨਾ ਕੁਛ ਪੈਸੇ ਰੱਖੋ ਕਿ ਮਾੜੀ ਜੀ ਚੀਜ਼ ਹੋਵੇ, ਇਹਨਾਂ ਨੂੰ ਪੀੜ ਹੋਵੇ ਮਾੜੀ ਮੋਟੀ ਕਿ ਹਾਂ ਸਾਡਾ ਪੈਸਾ ਗਿਆ ਹੋਇਆ। ਉਹ ਜਿਮ ਵਾਲਾ ਨਹੀਂ ਹਿਸਾਬ ਹੁੰਦਾ, ਜਿਵੇਂ ਆਪਾਂ ਜਿਮ ਜਾਂਦੇ ਆ 2 ਦਿਨ ਲਾਉਣੇ ਆ, ਜੇ ਮਾੜੀ ਮੋਟੀ ਫੀਸ ਭਰੀ ਹੁੰਦੀ ਹੈ ਛੱਡ ਕੇ ਫਿਰ ਘਰੇ ਬਹਿ ਜਾਂਦੇ ਆ, ਹਨਾ। ਇਸੇ ਤਰ੍ਹਾਂ ਜੇ ਆਇਲਸ ਦੇ ਪੈਸੇ ਭਰੇ ਹੋਣਗੇ ਤਾਂ ਚੱਜ ਨਾਲ ਕਈਆਂ ਦਾ ਧਾਰਨਾ ਇਹ ਆ ਕਈਆਂ ਦੀ ਵੀ ਤਾਂ ਹੀ ਬੱਚਾ ਪੜ੍ਹਦਾ ਹੈ। ਬਟ ਉਹਦੇ ਵਾਸਤੇ ਅਸੀਂ ਕੀ ਸਿਸਟਮ ਕੀਤਾ ਹੋਇਆ ਕਿ ਜੇ ਸਾਡੇ ਕੋਲ ਬੱਚਾ 2 ਦਿਨ ਪਹਿਲਾਂ ਡੈਮੋ ਲਾਵੇ, ਉਹਨੂੰ ਠੀਕ ਲੱਗੇਗਾ, ਫਿਰ ਅਸੀਂ ਉਹਦੇ ਓਰੀਜਨਲ ਡਾਕੂਮੈਂਟ ਬਾਉਂਡ ਕਰਾਂਗੇ। ਇਹ ਨਾ ਹੋਵੇ ਅਗਲਾ 10 ਦਿਨ ਲਾ ਕੇ ਬਾਅਦ ਚੋਂ ਕਹਿ ਦੇਵੇ ਚੰਗਾ ਜੀ ਸਤਿ ਸ੍ਰੀ ਅਕਾਲ ਜੀ ਮੈਂ ਨਹੀਂ ਹੋਣਾ ਨਾ। ਜੇ ਉਹ ਆਪਣੇ ਓਰੀਜਨਲ ਡਾਕੂਮੈਂਟ ਸਾਡੇ ਤੋਂ ਵਾਪਸ ਮੰਗੇਗਾ 10 ਦਿਨ ਲਾਉਣ ਤੋਂ ਬਾਅਦ, ਫਿਰ ਸਾਡੀ ਜੋ 5000 ਪੈਨਲਟੀ ਰੱਖੀ ਹੋਏਗੀ ਉਹ ਅਸੀਂ ਲੈਣੀ ਹੈ। ਠੀਕ ਹੈ, ਕਿਉਂਕਿ ਇਹ ਇੱਕ ਬਿਜ਼ਨਸ ਦੇ ਰੂਲ ਲਾ ਲਓ ਜ਼ਰੂਰੀ ਨੇ। ਜੇ ਮੈਂ ਬਿਲਕੁਲ ਸਾਧੂ ਬਣ ਕੇ ਬੈਠ ਜਾਵਾਂਗਾ ਤਾਂ ਪੰਜਾਬ ਦੇ ਵਿੱਚ ਜਾਂ ਪੂਰੀ ਦੁਨੀਆ ਦੇ ਵਿੱਚ ਕਿਤੇ ਬੈਠ ਜਾਵਾਂ ਤਾਂ ਲੋਕ ਤੁਹਾਨੂੰ ਪਤਾ ਹੀ ਹੈ ਫਿਰ ਬਿਲਕੁਲ ਦੁਨੀਆ ਤਾਂ ਵੇਚ ਕੇ ਖਾ ਜਾਂਦੀ ਹੈ। ਤੁਸੀਂ ਜਿੰਨਾ ਮਰਜ਼ੀ ਕਿਸੇ ਦਾ ਬੈਨੀਫਿਟ ਸੋਚ, ਥੋੜਾ ਜਿਹਾ ਬਾਉਂਡੇਸ਼ਨ ਕਰਨੀ ਜ਼ਰੂਰੀ ਹੈ, ਬੱਚਿਆਂ ਨੂੰ ਬਾਉਂਡ ਕਰਨਾ ਜ਼ਰੂਰੀ ਹੈ। ਉਹ ਵੀ ਅਸੀਂ ਕਿਸੇ ਪੈਸਿਆਂ ਨਾਲ ਬਾਉਂਡ ਨਹੀਂ ਕਰਨਾ, ਉਹਦੇ ਓਰੀਜਨਲ ਡਾਕੂਮੈਂਟ ਓਰੀਜਨਲ ਸਰਟੀਫਿਕੇਟ ਸਾਡੇ ਕੋਲ ਰਹਿਣਗੇ। ਤੇ ਇਨ ਕੇਸ ਉਹ 10 ਦਿਨ ਬਾਅਦ ਕਹਿੰਦਾ ਵੀ ਮੇਰਾ ਵਿਚਾਰ ਬਦਲ ਗਿਆ ਜਾਂ ਮੈਂ ਬਾਹਰ ਨਹੀਂ ਜਾਣਾ, ਦੇਖੋ ਅਗਰ 100 ਬੱਚਾ ਪੜ੍ਹ ਰਿਹਾ ਤਾਂ 10 ਬੱਚਿਆਂ ਦਾ ਵਿੱਚੋਂ ਕੋਈ ਨਾ ਕੋਈ ਐਸੀ ਪ੍ਰੋਬਲਮ ਪੈਦਾ ਹੋ ਹੀ ਜਾਂਦੀ ਹੈ ਵੀ ਮੈਂ ਨਹੀਂ ਜਾਣਾ ਬਾਹਰ ਜਾਂ ਮੈਨੂੰ ਪੈਸੇ ਆਪਣਾ ਡਾਕੂਮੈਂਟ ਵਾਪਸ ਕਰ ਦਿਓ, ਹਨਾ। ਸੋ ਇਸ ਕਰਕੇ ਵੀ ਉਹ ਫਿਰ ਸਾਡੀ ਜੋ ਬਣਦੀ ਫੀਸ ਹੈ ਪੈਨਲਟੀ ਅਸੀਂ 5000 ਰੁਪਇਆ ਰੱਖੀ ਹੋਈ ਹੈ, ਉਹ ਅਸੀਂ ਪਹਿਲਾਂ ਹੀ ਬੱਚੇ ਨੂੰ ਦੱਸਦੇ ਹਾਂ ਸਾਰਾ ਸੀਨ ਵੀ ਸਾਡਾ ਆਹ ਰੂਲ ਨੇ, ਆਹ ਸਿਸਟਮ ਹੈ, ਪੈਸਾ ਤੇਰੇ ਤੋਂ ਕੋਈ ਨਹੀਂ ਲੈਣਾ, ਤੁਸੀਂ ਐਂਡ ਤੱਕ ਚੱਲੋਗੇ ਤਾਂ ਅਸੀਂ ਵੀ ਐਂਡ ਤੱਕ ਨਾਲ ਚੱਲਾਂਗੇ। ਜੇ ਤੁਸੀਂ ਚਲਾਕੀ ਕਰੋਗੇ ਤਾਂ ਫਿਰ ਹਾਂਜੀ ਹਾਂ, ਤਾਂ ਉਹਦਾ ਪ੍ਰਣਾਮ ਜਿਹੜਾ ਹੈਗਾ ਫਿਰ ਗਲਤ ਹੋਏਗਾ। ਹਾਂ ਬਿਲਕੁਲ ਹੋ ਰਿਹਾ। ਸਾਡਾ ਇਜਾਜ਼ਤ ਲੈਣ ਦਾ ਵੇਲਾ ਹੋ ਰਿਹਾ ਸਾਡੇ ਦਰਸ਼ਕਾਂ ਤੋਂ, ਤਾਂ ਸੁਨੇਹਾ ਸਾਡੇ ਦਰਸ਼ਕਾਂ ਨਾਲ ਕੀ ਸਾਂਝਾ ਕਰੋਗੇ ਤੁਸੀਂ? ਔਰ ਜਿਹੜੀਆਂ ਅੱਜ ਔਨ ਕੈਮਰਾ ਸਾਡੀ ਡਿਸਕਸ਼ਨ ਹੋ ਰਹੀ ਹੈ, ਕੀ ਆਫ ਕੈਮਰਾ ਵੀ ਸਾਡੇ ਜਿਹੜੇ ਦਰਸ਼ਕ ਜਦੋਂ ਆਫਿਸ ਵਿਜ਼ਿਟ ਕਰਨਗੇ ਤਾਂ ਸੇਮ ਚੀਜ਼ਾਂ ਹੀ ਰਹਿਣਗੀਆਂ? ਹਾਂਜੀ ਹਾਂ, ਸਾਡਾ ਦੇਖੋ ਸ਼ੁਰੂ ਤੋਂ ਅਸੂਲ ਹੈ, ਜੋ ਮੈਂ ਅਗਰ 5500 ਦੀ ਡੀਲ ਕਰ ਰਿਹਾ ਤਾਂ ਮੈਂ ਡੀਲ ਦੇ ਵੀ ਰਿਹਾ, ਵੀਜ਼ੇ ਲਗਵਾਏ ਨੇ। ਦੇਖੋ ਹੋ ਸਕਦਾ ਕਈ ਏਜੰਟ ਐਵੇਂ ਕਰਦੇ ਨੇ ਕਿ ਕਹਿੰਦੇ ਕੁਝ ਹੋਰ ਨੇ ਤਾਂ ਕਰਦੇ ਕੁਝ ਹੋਰ ਨੇ, ਪਰ ਸਾਡੇ ਕੋਲ ਇਹੋ ਜਿਹਾ ਕੋਈ ਸੀਨ ਨਹੀਂ ਹੈਗਾ। ਅਸੀਂ ਦੇਖੋ ਖੋਹ ਤਾਂ ਲੈਣਾ ਨਹੀਂ ਕਿਸੇ ਤੋਂ, ਤੁਸੀਂ ਸਾਡੇ ਕੋਲ ਆਓ, ਤੁਹਾਡਾ ਟਾਈਮ ਨਹੀਂ ਖਰਾਬ ਹੋਏਗਾ, ਇੱਕ ਵਾਰੀ ਆ ਕੇ ਡਿਸਕਸ ਕਰੋ, ਤੁਹਾਨੂੰ ਠੀਕ ਲੱਗੇਗਾ ਤੁਸੀਂ ਅਪਲਾਈ ਕਰੋ, ਨਹੀਂ ਠੀਕ ਲੱਗੇਗਾ ਬਥੇਰੇ ਲੋਕ ਬੈਠੇ ਨੇ। ਤੇ ਦੂਸਰਾ ਮੇਰੇ ਵੱਲੋਂ ਮੈਸੇਜ ਜੀ ਇਹੀ ਹੈ ਕਿ ਇਹ ਵਿਚਾਰ ਸਾਰੀ ਆਪਣੀ ਹੋ ਗਈ ਹੈ ਕਿ ਤੁਸੀਂ ਬੇਫਿਕਰ ਹੋ ਕੇ ਸਾਡੇ ਕੋਲ ਵਿਜ਼ਿਟ ਕਰੋ, ਆਪਾਂ ਤੁਹਾਡਾ ਜਿਹੜਾ ਹੈਗਾ ਪੂਰੇ ਸਾਫ਼ ਮਨੋਂ ਤੁਹਾਨੂੰ ਆਪਾਂ ਪ੍ਰੋਪਰਲੀ ਕੰਮ ਕਰਵਾ ਕੇ ਦੇਵਾਂਗੇ ਤੇ ਕੋਈ ਤੁਹਾਡਾ ਪੈਸਾ ਨਹੀਂ ਖਰਾਬ ਹੋਏਗਾ। ਤੇ ਮੇਨ ਮੈਸੇਜ ਮੇਰਾ ਇਹ ਹੈ ਕਿ ਜਿਹੜੇ ਵੀ ਸੇਵਾ ਸੁਸਾਇਟੀ ਵਾਲੇ, ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਵਾਲੇ ਜਿਹੜੇ ਬੈਠੇ ਨੇ ਆਪਣੇ ਵੀਰ ਮਿੰਟੂ ਵੀਰ ਜੀ ਹੁਣੀ, ਤੇ 1-2 ਸੁਸਾਇਟੀਆਂ ਹੋਰ ਨੇ, ਅਨਮੋਲ ਕਵਾਤਰਾ ਜੀ ਜਿਵੇਂ ਹੈਗੇ ਨੇ। ਸੋ ਇਹਨਾਂ ਦੇ ਨਾਲ ਇਹ ਨਹੀਂ ਕਿ ਮੈਨੂੰ ਕੋਈ ਕਿਹਾ ਗਿਆ ਜਾਂ ਕੁਝ ਵੀ, ਮੇਰਾ ਮਨ ਹੈ ਕਿ ਮੈਂ ਜਿਹੜੇ ਬੰਦੇ ਸੇਵਾ ਕਰਦੇ ਨੇ ਉਹਨਾਂ ਦੀ ਜੇ ਮੈਂ ਫਾਈਨੈਂਸ਼ਲੀ ਕੋਈ ਜ਼ਿਆਦਾ ਸਪੋਰਟ ਨਹੀਂ ਕਰ ਸਕਦਾ ਤੇ ਨਾਰਮਲੀ ਕਰਾਂ। ਸੋ ਇਸ ਕਰਕੇ ਆਪਣੇ ਵੱਲੋਂ ਕੁਛ ਨਾ ਕੁਛ ਦਸਵੰਧ ਕੱਢ ਕੇ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰੀ ਜ਼ਰੂਰ ਭਰਿਆ ਕਰੋ। ਹੋ ਸਕਦਾ ਕਿਤੇ ਨਾ ਕਿਤੇ ਇਹ ਕੋਈ ਸੇਵਾ ਕੀਤੀ ਤੁਹਾਡੀ ਐਸੀ ਸਫਲ ਹੋਵੇ ਕਿ ਤੁਹਾਡੀ ਮਨ ਦੀ ਇੱਛਾ ਪੂਰੀ ਹੋਵੇ। ਸੋ ਇਹੀ ਬੇਨਤੀ ਹੈ ਜੀ, ਤੇ ਆਪਣਾ ਦਸਵੰਧ ਜ਼ਰੂਰ ਕੱਢਿਆ ਕਰੋ। ਤੇ ਬਾਕੀ ਤੁਸੀਂ ਸਾਡੇ ਕੋਲ ਜਦੋਂ ਵੀ ਵਿਜ਼ਿਟ ਕਰਨਾ ਹੋਵੇ ਦਿੱਤੇ ਹੋਏ ਨੰਬਰਾਂ ਤੇ ਕਾਲ ਕਰਕੇ ਅਪਾਇੰਟਮੈਂਟ ਲੈ ਕੇ ਤੁਸੀਂ ਸਾਨੂੰ ਮਿਲ ਸਕਦੇ ਹੋ। ਬਿਲਕੁਲ ਜੀ। ਸੋ ਸਰ ਜਾਣਕਾਰੀ ਸਾਂਝੀ ਕਰਨ ਲਈ ਅੱਜ ਰੁਝੇਵੇਂ ਵਿੱਚ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਤੇ ਸਾਡੇ ਜਿਹੜੇ ਦਰਸ਼ਕ ਨੇ ਜੀ, ਜਿਹੜੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਿਤ ਹੈਗੇ ਨੇ, ਤੁਸੀਂ ਆਪਣੇ ਬੇਟੇ ਬੇਟੀ ਨੂੰ ਆਇਲਸ ਜਾਂ ਪੀਟੀ ਕਰਾਉਣਾ ਚਾਹੁੰਦੇ ਹੋ, ਇੱਕ ਵਾਰੀ ਪੱਲਿਓਂ ਪੈਸੇ ਨਹੀਂ ਖਰਚ ਕਰਨਾ ਚਾਹੁੰਦੇ, ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਚਾਹੁੰਦੇ ਹੋ, ਤੇ ਮਾਰਕੀਟ ਨਾਲੋਂ
3-4 ਲੱਖ ਦੇ ਫਰਕ ਦੇ ਨਾਲ ਘੱਟ ਪੈਸੇ ਦੇਣਾ ਚਾਹੁੰਦੇ ਹੋ ਔਰ ਸੇਫਟੀ ਨਾਲ ਤੁਸੀਂ ਆਪਣੇ ਬੱਚੇ ਨੂੰ ਰੱਖਣਾ ਚਾਹੁੰਦੇ ਹੋ ਕਿਸੇ ਹੋਸਟਲ ਦੇ ਵਿੱਚ, ਤਾਂ ਤੁਸੀਂ ਇਹ ਨੰਬਰ ਜਿਹੜੇ ਤੁਹਾਡੇ ਨਾਲ ਅਸੀਂ ਸਾਂਝੇ ਕਰ ਰਹੇ ਹਾਂ ਇਹਨਾਂ ਦੇ ਉੱਪਰ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਟੂਰਿਸਟ ਵੀਜ਼ਾ, ਵਿਜ਼ਟਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਮਾਤਰ 5500 ਰੁਪਏ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ। ਬਾਕੀ ਕੋਈ ਹੋਰ ਮਨ ਦੇ ਵਿੱਚ ਸਵਾਲ ਨੇ, ਕਿਉਂਕਿ ਮੇਰੀ ਕੋਸ਼ਿਸ਼ ਸੀ ਕਿ ਤੁਹਾਡੇ ਮਨ 'ਚ ਜਿੰਨੇ ਵੀ ਸਵਾਲ ਉਂਗੜ ਰਹੇ ਨੇ ਉਹਨਾਂ ਦੇ ਅੱਜ ਹੱਲ ਲੱਭੀਏ, ਤਾਂ ਮੈਂ ਕੋਸ਼ਿਸ਼ ਕੀਤੀ ਕਿ ਉਹਨਾਂ ਸਾਰੇ ਸਵਾਲਾਂ ਦੇ ਉੱਪਰ ਚਰਚਾ ਕਰੀਏ। ਤੇ ਹਾਲੇ ਵੀ ਜੇਕਰ ਤੁਹਾਡੇ ਮਨ 'ਚ ਕੋਈ ਵੀ ਸਵਾਲ ਹੈ, ਕਮੈਂਟ ਸੈਕਸ਼ਨ 24 ਘੰਟੇ ਤੁਹਾਡੇ ਵਾਸਤੇ ਖੁੱਲ੍ਹਾ ਹੈ, ਤੁਸੀਂ ਆਪਣਾ ਸਵਾਲ ਉੱਥੇ ਛੱਡ ਸਕਦੇ ਹੋ। ਇਹਨਾਂ ਨੰਬਰਸ ਤੇ ਕਾਲ ਕਰਕੇ ਵੀ ਤੁਸੀਂ ਆਪਣੇ ਸਵਾਲ ਪੁੱਛ ਸਕਦੇ ਹੋ। ਸੋ ਅਸੀਂ ਫਿਰ ਤੋਂ ਹਾਜ਼ਰ ਹੁੰਦੇ ਹਾਂ ਜੀ। ਰੱਖੋ ਧਿਆਨ, ਧੰਨਵਾਦ, ਸਤਿ ਸ਼੍ਰੀ ਅਕਾਲ।